ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਗੁਰ ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੇਂਦੀਓ। ਗੁਰੂ ਰਾਮਦਾਸ ਦਰਸ਼ਨ ਪਰਸ, ਕੈ ਮਥਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜਨ ਪਿੱਖੋਂ ਨਾਇਣ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜਨ ਪਿੱਖੋਂ ਨਾਇਣ। ਵਡ ਭਾਗੀਓ ਨ ਮਾਨਿਓ, ਹਿਰਦ ਸ਼ਬਦ ਵਸਾਇਓ। ਮਨ ਮਾਨਕ ਸੰਤੋਖਿਓ, ਗੁਰੂ ਨਾਮ ਦ੍ਰਿੜਾਇਓ। ਅਗੰਮ ਗੋਚਰ ਪਾਰ ਬ੍ਰਹਮ, ਸਤਿਗੁਰ ਦਰਸਾਇਓ। ਗੁਰ ਅਰਜਨ ਘਰ ਗੁਰੂ ਰਾਮਦਾਸ, ਹਨ ਭਉ ਠਹਿਰਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਲੰਘਿਆ, ਸੰਗਤਾਂ ਨੇ ਮਨਾਇਆ। ਔਰ ਦਾਸ ਵੱਲੋਂ ਇਹ ਥੋੜ੍ਹੀਆਂ ਵਿਚਾਰਾਂ ਕੁਝ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਪ੍ਰਥਾਏ ਕੀਤੀਆਂ ਗਈਆਂ। ਪਿਛਲੀ ਵਾਰੀ ਸਾਡਾ ਇੱਕ ਪ੍ਰਸੰਗ ਸੀ ਵੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਦੀ ਰਚਨਾ ਕਿਉਂ ਕੀਤੀ। ਕਿਉਂਕਿ ਤਰਨ ਤਾਰਨ ਦੇ ਲਾਗੇ ਵੱਡਾ ਸਥਾਨ ਉਹਨਾਂ ਨੇ ਪਹਿਲੋਂ ਬਣਾ ਦਿੱਤਾ ਸੀ, ਹਰਿਮੰਦਰ, ਜਿਹਨੂੰ ਅਸੀਂ ਦਰਬਾਰ ਸਾਹਿਬ ਕਹਿੰਦੇ ਹਾਂ। ਤੇ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਤੇ 20 ਕਿਲੋਮੀਟਰ 25 ਕਿਲੋਮੀਟਰ ਉੱਤੇ ਇੱਕ ਨਵਾਂ ਸ਼ਹਿਰ ਵਸਾਉਣ ਦਾ ਕਾਰਨ ਕੀ ਬਣਿਆ, ਉਹ ਪਿਛਲੀ ਵਾਰੀ ਆਪਾਂ ਵਿਚਾਰ ਕੀਤੀ ਸੀ ਵੀ ਜਿਹੜਾ ਮਾਝਾ ਵਾ, ਇੱਥੇ ਕਬਰਾਂ ਬੜੀਆਂ ਸਨ। ਹੁਣ ਵੀ ਨੇ, ਹਰ ਪਿੰਡ ਵਿੱਚ ਕੋਈ ਨਾ ਕੋਈ ਵੱਡੀ ਕਬਰ ਹੈਗੀ। ਤੇ ਗੁਰੂ ਕੀ ਸਿੱਖੀ ਜਿਹੜੀ ਆ ਉਹ ਕਬਰ ਨੂੰ ਮੰਨਦੀ ਨਹੀਂ ਹੈ। ਹਾਲਾਂਕਿ ਜਿਨ੍ਹਾਂ ਮੁਸਲਮਾਨਾਂ ਦੀਆਂ ਕਬਰਾਂ ਨੇ, ਉਹ ਮੁਸਲਮਾਨ ਵੀ ਕਹਿੰਦੇ ਵੱਡਾ ਗੁਨਾਹ ਵਾ ਕਿਸੇ ਕਬਰ ਦੇ ਉੱਤੇ ਮੇਲਾ ਮਨਾਉਣਾ, ਉੱਤੇ ਚਾਦਰ ਚੜਾਉਣੀ, ਦੀਵਾ ਜਗਾਉਣਾ, ਇਹ ਵੱਡਾ ਗੁਨਾਹ ਵਾ ਮੁਸਲਮਾਨਾਂ ਮੁਤਾਬਕ ਵੀ। ਪਰ ਸਿੱਖ ਕਰਦੇ ਨੇ ਅਗਿਆਨਤਾ ਵਸ ਹੋ ਕੇ। ਦੂਸਰੇ ਪਾਸੇ ਗੱਲ ਇਹ ਆ ਵੀ ਅੱਜ ਸਾਡੀ ਕੌਮ ਦਾ ਜਿਹੜਾ ਵੱਡਾ ਜ਼ੋਰ ਲੱਗਾ ਹੋਇਆ, ਉਹ ਲੰਗਰਾਂ 'ਤੇ ਲੱਗਾ ਹੋਇਆ ਵਾ। ਅਸੀਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਨਹੀਂ ਲੱਗੇ ਹੋਏ। ਹਰ ਬੰਦਾ ਆਪਣਾ ਨਾਮ ਚਮਕਾਉਣ ਵਾਸਤੇ ਲੱਗਾ ਕਿ ਮੇਰਾ ਨਾਮ ਕਿਵੇਂ ਚਮਕ ਜੇ। ਮੈਂ ਲੰਗਰ ਲਾ ਕੇ ਆਪਣਾ ਨਾਮ ਚਮਕਾ ਲਾਂ, ਮੈਂ ਕੋਈ ਕਿਸੇ ਨੂੰ ਕੋਠਾ ਪਾ ਕੇ ਦੇ ਦਿਆਂ ਤਾਂ ਕਿ ਮੇਰਾ ਨਾਮ ਚਮਕ ਜੇ। ਉਹ ਜਿਹੜਾ ਬਾਬਾ ਜਗਾਦਰੀ ਤੋਂ ਆਇਆ ਸੀ ਇੱਥੇ, ਉਹ ਕੋਈ ਟਿਕਟੋਕ ਦੇ ਜੋ ਹਾਸੇ ਖੇਡੇ 'ਚ ਪਾਉਂਦੀ ਕੋਈ ਬੱਚੀ, ਉਹਨੂੰ ਕਮਰੇ ਪਾ ਕੇ ਦੇਣ ਲੱਗ ਪਿਆ। ਕਿਹੜੀ ਉਹਨਾਂ ਨੇ ਕੋਈ ਫਤਿਹ ਕੀਤੀ ਸੀ ਵੱਡੀ ਜੰਗ ਵੀ ਉਹਨੂੰ ਕਮਰੇ ਪਾ ਕੇ ਦੇਣ ਦੀ ਲੋੜ ਪੈ ਗਈ। ਇਹ ਸਮਾਜ ਸਾਡਾ ਕਿੱਧਰ ਨੂੰ ਤੁਰ ਗਿਆ ਵਾ। ਗੁਰੂ ਘਰ ਦੇ ਗ੍ਰੰਥੀਆਂ ਦੀ ਕਿੱਡੀ ਮਾੜੀ ਹਾਲਤ ਵਾ। ਉਹ ਗ੍ਰੰਥੀਆਂ ਦੇ ਕੋਈ ਧੀਆਂ ਪੁੱਤਾਂ ਦੀ ਸਾਰ ਲਓ, ਕੋਈ ਗ੍ਰੰਥੀਆਂ ਦੀ ਕੋਈ
ਸਾਰਿਆਂ ਮਹਿਕਮਾਂ ਦੀਆਂ ਯੂਨੀਅਨਾਂ ਨੇ, ਉਹਨਾਂ ਨੂੰ ਪੈਨਸ਼ਨਾਂ ਲੱਗਦੀਆਂ। ਇੱਕ ਗ੍ਰੰਥੀ ਵਿਚਾਰਾ ਸਾਰੀ ਜ਼ਿੰਦਗੀ ਗੁਰਦੁਆਰੇ ਗ੍ਰੰਥੀਪੁਣਾ ਕਰਦਾ ਰਹਿ ਜੇ, ਉਹਨੂੰ ਕੱਖ ਵੀ ਨਹੀਂ ਮਿਲਦਾ। ਤੇ ਜਿਹਨੇ 2 ਦਿਨ ਹਾਸੇ ਠੱਠਾ ਉਹ ਨੂਰ ਬੱਚੀ ਜਿਹੜੀ, ਤੇ ਉਹਨੂੰ ਸਾਡਾ ਲਾਣਾ ਕੋਠੇ ਪਾ ਕੇ ਦੇਣ ਤੁਰ ਗਿਆ। ਇਹ ਸਮਾਜ ਸਾਡਾ, ਇਹ ਹਰ ਬੰਦਾ ਆਪਣਾ ਨਾਮ ਚਮਕਾਉਣਾ ਚਾਹੁੰਦਾ ਹੈ ਵੀ ਕਿਸ ਤਰ੍ਹਾਂ ਮੇਰਾ ਨਾਮ ਚਮਕ ਜੇ, ਮੈਂ ਲੰਗਰ ਲਾ ਕੇ ਚਮਕਾ ਲਾਂ। ਅੱਜ ਵੀ ਮੈਨੂੰ ਪਿੱਛੇ ਮੈਂ 2-3 ਦਿਨ ਤੋਂ ਕਥਾ ਸੁਣਦਾ, ਮੇਰਾ ਸੁਭਾਅ ਕਥਾ ਸੁਣਨਾ। ਮੈਂ ਬੰਗਲਾ ਸਾਹਿਬ ਤੋਂ ਕਥਾ ਸੁਣਦਾ ਸਵੇਰੇ, ਹੋਰ ਸਥਾਨਾਂ ਤੋਂ ਵੀ ਸੁਣਦਾ ਮੈਂ। ਤੇ ਸਾਡਾ ਜ਼ੋਰ ਹੀ ਲੱਗਾ ਹੋਇਆ ਵੀ ਅਸੀਂ ਲੰਗਰ ਪਕਾਉਣਾ ਤੇ ਲੰਗਰ ਵਰਤਾਉਣਾ। ਇਹ ਸਮਾਜ ਸਿੱਖ ਧਰਮ ਕਿੱਧਰ ਨੂੰ ਤੁਰ ਗਿਆ ਵਾ? ਪੀ ਖਾਣੇ ਸਿਉ ਦੋਸਤੀ ਮਹਾਰਾਣੇ ਬਚਨ ਕੀਤਾ ਵੀ ਉਹ ਦੋਸਤੀ ਸਾਡੀ ਅੱਜ ਸਾਡੇ ਗੁਰਦੁਆਰਿਆਂ ਵਿੱਚ ਲੰਗਰ ਪ੍ਰਧਾਨ ਹੋ ਗਿਆ। ਗੁਰੂ ਕੀ ਬਾਤ ਪਿੱਛੇ ਰਹਿ ਗਈ ਆ। ਅਸੀਂ ਆਪਣੇ ਧਰਮ ਦਾ ਪ੍ਰਚਾਰ ਲੰਗਰ ਦੁਆਰਾ ਕਰਨਾ ਚਾਹੁੰਦੇ ਆ। ਐਸਾ ਨਹੀਂ ਹੋਣਾ, ਜੋ ਮਰਜ਼ੀ ਕਰ ਲਓ। ਇਹ ਸੀ ਲੰਗਰ ਚੱਲੇ ਗੁਰ ਸ਼ਬਦ। ਉਹ ਲੰਗਰ ਦੂਸਰਿਆਂ ਧਰਮਾਂ ਨੇ ਆਪਣੇ ਸ਼ਬਦ ਦਾ ਲੰਗਰ ਲਾਇਆ ਵਾ। ਤੇ ਹਾਲਾਂਕਿ ਗੁਰੂ ਕੀ ਬਾਣੀ ਕਹਿੰਦੀ ਸਿੱਖ ਨੂੰ ਵੀ ਲੰਗਰ ਲਾਉਣਾ ਚਾਹੀਦਾ ਸ਼ਬਦ ਦਾ। ਇਹ ਕੱਲ ਹੀ ਮੈਂ ਕਹਿ ਰਿਹਾ ਵੀ 2-3 ਦਿਨ ਹੋ ਗਏ, ਉਹ ਬੰਗਲਾ ਸਾਹਿਬ ਤੋਂ ਜਿਹੜਾ ਕਥਾ ਹੋ ਰਹੀ, ਉਹ ਲੰਗਰ ਦੀ ਕਥਾ ਹੋ ਰਹੀ ਆ ਵੀ ਅਸੀਂ ਲੰਗਰ ਪਕਾ ਰਹੇ ਹਾਂ ਜੀ। ਕੱਲ ਇੱਕ 8 ਲੱਖ ਦੀ ਮਸ਼ੀਨ ਦੇ ਗਿਆ ਜੀ, ਇੰਨਾ। ਇਹ ਸਿੱਖ ਧਰਮ ਕਿਹੜੀਆਂ ਪੁੱਠੀਆਂ ਲੀਹਾਂ ਤੇ ਤੁਰ ਗਿਆ। ਇਹਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਕੁਝ ਕਰਦਾ ਹੀ ਨਹੀਂ ਹੈ। ਇਹ ਗੁਰੂ ਕਾ ਦਸਵੰਧ ਸੀ ਧਰਮ ਨੂੰ ਚਲਾਉਣ ਵਾਸਤੇ, ਧਰਮ ਨੂੰ ਬਚਾਉਣ ਵਾਸਤੇ, ਤੇ ਇਹ ਲੰਗਰ ਲਾਉਣ ਵਾਲੇ ਪਾਸੇ ਰੁੜ ਗਿਆ ਹੈ। ਮੈਂ ਕਹਿ ਰਿਹਾ ਸੀ ਵੀ ਗੁਰੂ ਅਰਜਨ ਦੇਵ ਨੇ ਇਹ ਕਬਰਾਂ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ। ਤੇ ਜਿਹੜੀਆਂ ਕੌਮਾਂ ਲੰਗਰ ਨਹੀਂ ਲਾਉਂਦੀਆਂ, ਉਹਨਾਂ ਨੇ ਆਪਣੀਆਂ ਕੌਮਾਂ ਸਾਂਭੀਆਂ, ਉਹਨਾਂ ਨੇ ਆਪਣੇ ਪਾਦਰੀ ਸਾਂਭੇ, ਉਹਨਾਂ ਨੇ ਆਪਣੇ ਕਾਜੀ ਸਾਂਭੇ, ਮੌਲਵੀ ਸਾਂਭੇ। ਤੇ ਸਾਡਾ ਪੈਸਾ ਹੀ ਸਿੱਖ ਕੌਮ ਦਾ ਲੰਗਰ ਤੇ ਬਰਬਾਦ ਹੋਈ ਜਾਂਦਾ ਹੈ। ਪੰਜਾਬ ਵਿੱਚ ਟੋਟਲ ਗਰੀਬ ਸਿੱਖ ਸਿੱਖੀ ਛੱਡ ਗਿਆ, ਕਿਸੇ ਨੂੰ ਫਿਕਰ ਨਹੀਂ ਹੈ। ਫਿਕਰ ਆ ਵੀ ਲੰਗਰ ਲਾ ਕੇ ਲੋਕਾਂ ਨੂੰ ਛਕਾਉਣਾ ਹੈ। ਇੱਥੇ ਮੇਰੇ ਲਾਗੇ ਇੱਕ ਪਿੰਡ ਵਾ, ਉੱਥੇ ਕੋਈ 15 ਘਰ ਰਹਿੰਦੇ ਨੇ ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਅਸੀਂ ਮਹਿਰੇ, ਸ਼ੀਂਬੇ, ਨਾਈ ਜਾਂ ਉਸ ਤਰ੍ਹਾਂ। ਤੇ 15 ਦੇ ਵਿੱਚੋਂ 12 ਸਿੱਖ ਧਰਮ ਛੱਡ ਕੇ ਈਸਾਈ ਧਰਮ ਗ੍ਰਹਿਣ ਕਰ ਲਿਆ ਉਹਨਾਂ ਨੇ। 15 ਦੇ ਵਿੱਚੋਂ 12 ਨੇ ਛੱਡ ਦਿੱਤਾ ਸਿੱਖ ਧਰਮ, ਈਸਾਈ ਧਰਮ ਗ੍ਰਹਿਣ ਕਰ ਲਿਆ। ਤੇ ਸਾਡਾ ਜ਼ੋਰ ਕਿੱਥੇ ਲੱਗਾ ਆ? ਮਸ਼ੀਨ ਲਾਉਣੀ ਜੀ, ਗੁਰਦੁਆਰੇ ਲੰਗਰ ਪਕਾਉਣਾ ਜੀ। ਅਸੀਂ ਪਕਾਈ ਜੋ ਲੰਗਰ। ਪਿੰਡਾਂ ਦੀ ਹਾਲਤ ਤਾਂ ਵੇਖ ਲਓ, ਵੀਰਵਾਰ ਕਿੱਥੇ ਸਿੱਖੀ ਕਿੱਥੇ ਵੀ ਹੁੰਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਾਝੇ ਵਿੱਚੋਂ ਮਨਮਤ ਦਾ ਪ੍ਰਚਾਰ ਰੋਕਣ ਵਾਸਤੇ, ਕਬਰਾਂ ਮੜੀਆਂ ਮਸਾਣਾਂ ਤੋਂ ਰੋਕਣ ਵਾਸਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ ਹੈ। ਠੀਕ ਹੈ, ਲੋੜਵੰਦ ਨੂੰ, ਗਰੀਬ ਗੁਰਬਿਆਂ ਨੂੰ ਲੰਗਰ ਚਾਹੀਦਾ, ਪਰ ਜਿਹੜਾ ਬਾਣੀ ਕਹਿੰਦੀ ਲੰਗਰ ਚੱਲੇ ਗੁਰ ਸ਼ਬਦ, ਆਸਾ ਦੀ ਵਾਰ ਦਾ ਪਿੰਡਾਂ ਚਾਹੋ ਲੰਗਰ ਲਾਓ, ਕਥਾ ਕੀਰਤਨ ਦਾ ਲੰਗਰ ਲਾਓ। ਨਾ ਨਾ ਨਾ, ਆਟੇ ਦਾ ਹੀ ਲੰਗਰ ਲਾਉਣਾ ਸੀ। ਪੀ ਖਾਣੇ ਸਿਉ ਦੋਸਤੀ। ਦੋਸਤੀ ਸਾਡੀ ਹੁਣ ਗੁਰੂ ਨਾਲ ਨਹੀਂ ਹੈ, ਲੰਗਰ ਨਾਲ ਦੋਸਤੀ ਹੈ। ਤੋ ਖੈਰ, ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਤੋਂ ਥੋੜੀ ਦੂਰ ਇੱਕ ਪਿੰਡ ਵਿੱਚ ਬੈਠ ਕੇ 7 ਸਾਲ ਗੁਰੂ ਅਰਜਨ ਦੇਵ ਉਸ ਪਿੰਡ 'ਚ ਬੈਠੇ ਰਹੇ, ਖਾਰੇ ਪਿੰਡ ਵਿੱਚ। ਤੇ ਕੀ ਤਰੀਕਾ ਅਪਣਾਇਆ ਲੋਕਾਂ ਨੂੰ ਇਸ ਕਬਰ ਤੋਂ, ਸ਼ੇਖ ਫਤਿਹ ਤੋਂ ਰੋਕਣ ਦਾ, ਕਿ ਲੋੜਵੰਦਾਂ ਗਰੀਬਾਂ ਨੂੰ, ਕੋੜੀਆਂ ਨੂੰ ਇਕੱਠਿਆਂ ਕਰਕੇ ਮਾਰਨੇ। ਆਪ ਸੇਵਾ ਆਰੰਭ ਕਰ ਦਿੱਤੀ। ਤੇ ਇੱਕ ਦਿਨ ਮੈਂ ਕਹਿ ਰਿਹਾ ਸੀ, ਉਸ ਪਿੰਡ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਿਵਾਸ ਕਰਦੇ ਨੇ 7 ਸਾਲ। ਇਹ ਬਿਲਕੁਲ ਰੋਡ ਦੇ ਉੱਤੇ ਆ, ਜਦੋਂ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਜਾਈਦਾ, ਖਾਰਾ ਪਿੰਡ। ਸੰਗਤਾਂ ਦੇ ਉੱਥੇ ਸੇਵਾ ਕਰਨ ਦੀਆਂ ਸੀ।
ਸਰੋਵਰ ਬਣਾਇਆ ਮਹਾਰਾਜ ਨੇ। ਆਸਾ ਦੀ ਵਾਰ ਅੰਮ੍ਰਿਤ ਵੇਲੇ ਚੱਲਦੀ ਸੀ ਤੇ ਇਹ ਸ਼ਾਹੀ ਹਾਥੀ ਲਾਗੋਂ ਦੀ ਲੰਘੇ। ਹੁਣ ਹਾਥੀ ਜਦੋਂ ਇੱਕ ਕੋਈ ਰਾਜਾ ਲੰਘਿਆ, ਕੋਈ ਸ਼ਾਹੀ ਹਾਥੀ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਲੰਘੇ ਤੇ ਗੁਰੂ ਅਰਜਨ ਦੇਵ ਉਸ ਪਿੰਡ ਵਿੱਚ ਬੈਠੇ ਹੋਏ ਸਨ, ਖਾਰੇ ਪਿੰਡ 'ਚ। ਤੇ ਸੰਗਤਾਂ ਬੜੀਆਂ ਚਾਅ ਦੇ ਨਾਲ ਹਾਥੀਆਂ ਦੇ ਗਲਾਂ ਥੱਲੇ ਟੱਲੀਆਂ ਜਿਹੀਆਂ ਬੱਧੀਆਂ ਹੁੰਦੀਆਂ ਖੜਕਾਉਂਦੇ ਜਾਣ। ਤੇ ਸੰਗਤਾਂ ਸੇਵਾ ਛੱਡ ਕੇ ਉਹ ਗੁਰੂ ਅਰਜਨ ਦੇਵ ਦੇ ਵੱਲੋਂ ਧਿਆਨ ਛੱਡ ਕੇ ਤੇ ਉਧਰ ਨੂੰ ਵੇਖਣ ਲੱਗ ਪਈਆਂ। ਤੇ ਧੰਨ ਗੁਰੂ ਅਰਜਨ ਦੇਵ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿੰਦੇ ਇਹ ਸਾਹ ਵਾਲੀ ਚੀਜ਼ ਵਾ, ਇਹਦਾ ਕੀ ਪਤਾ ਇੱਥੇ ਸਾਹ ਨਿਕਲ ਜੇ ਤੇ ਮਰ ਜਾਣ, ਮੁੱਕ ਜਾਣ, ਇਹਨਾਂ ਨੂੰ ਕੀ ਵੇਖਣਾ ਹੁੰਦਾ ਹੈ। ਕੋਈ ਮਹਾਂਪੁਰਖ ਸੀ ਤੇ ਤੁਰੇ ਜਾਣਦਾ ਹੈ ਤੇ ਨਾਲ ਕੋਈ 5-7 ਚੇਲੇ ਸੀ। ਹੁਣ ਤੇ ਚਲੋ ਬੇੜਾ ਗਰਕ ਹੋਇਆ ਸਾਹ ਦਲਾਣੇ ਦਾ ਵੀ। ਪੁਰਾਣੀ ਸਮੇਂ, ਅੱਜ ਤੋਂ 200-400 ਸਾਲ ਪਹਿਲਾਂ ਗੱਲ ਹੈ। ਤੇ ਤੁਰੇ ਜਾਂਦੇ ਮਹਾਂਪੁਰਖ ਰੱਬ ਰੱਬ ਕਰਦੇ, ਨਾਲ ਚੇਲੇ ਸੀ ਤੇ ਅੱਗੇ ਇੱਕ ਬਹੁਤ ਵੱਡਾ ਮਹਿਲ ਆ ਗਿਆ। ਤੇ ਮਹਾਂਪੁਰਖ ਆਪਣੇ ਧਿਆਨ 'ਚ ਮਗਨ ਨੇ ਤੇ ਚੇਲੇ ਜਿਹੜੇ ਸੀ ਉਹ ਮਹਿਲ ਨੂੰ ਵੇਖਣ ਲੱਗ ਪਏ, ਘਰ ਨੂੰ, ਵੀ ਬੜਾ ਵੱਡਾ ਮਹਿਲ ਹੈ। ਤੇ ਮਹਾਂਪੁਰਖ ਕਹਿੰਦੇ ਧਿਆਨ ਠਾਂ ਕਰ ਲਓ, ਇਹਨਾਂ ਵੱਲ ਨਹੀਂ ਵੇਖੀਦਾ। ਇਹ ਪਤਾ ਨਹੀਂ ਕਿਹੜੀ ਕਿਹੜੀ ਹਰਾਮ ਦੀ ਕਮਾਈ ਦੇ ਬਣੇ ਨੇ, ਜੇ ਤੁਸੀਂ ਇਹਨਾਂ ਨੂੰ ਤੱਕੋਗੇ ਤੇ ਤੁਹਾਡੀਆਂ ਅੱਖਾਂ ਵੀ ਗੰਦੀਆਂ ਹੋ ਜਾਣਗੀਆਂ। ਇਹ ਮਹਾਂਪੁਰਖਾਂ ਦੀਆਂ ਮਰਜ਼ਾਦਾਂ ਪਰੰਪਰਾਵਾਂ ਹੁੰਦੀਆਂ ਨੇ, ਉਹ ਨਾ ਕੋਈ ਮੰਨੇ ਵੱਖਰੀ ਬਾਤ ਹੈ। ਉਹ ਧੰਨ ਗੁਰੂ ਅਰਜਨ ਦੇਵ ਕਹਿਣ ਲੱਗੇ ਇਹਨਾਂ ਵੱਲ ਨਹੀਂ ਵੇਖੀਦਾ। ਇਹ ਸਾਹ ਵਾਲੀ ਚੀਜ਼ ਦਾ ਪਤਾ ਨਹੀਂ ਕਿੱਥੇ ਮੁੱਕ ਜਾਵੇ, ਕਿੱਥੇ ਖਤਮ ਹੋ ਜਾਵੇ। ਤੇ ਕਹਿਣ ਲੱਗੇ ਆ ਜਿਹੜੇ ਅਸੀਂ ਸਾਡੀ ਕੰਧ ਵਾ ਨਾ, ਉੱਥੇ ਅੱਜ ਵੀ ਜਾ ਕੇ ਵੇਖ ਲਿਓ। ਗੁਰੂ ਅਰਜਨ ਦੇਵ ਨੇ ਉੱਥੇ ਇੱਕ ਕੰਧ ਬਣਾਈ, ਗੇਟ ਜਿਹਾ ਬਣਾਇਆ, ਡਿਉੜੀ ਜੀ ਬਣਾਈ। ਕਹਿਣ ਲੱਗੇ ਹੁਣ ਸਾਡੇ ਇਹ ਕੰਧਾਂ ਜਿਹੜੀਆਂ ਵਾ ਨਾ, ਉਹ ਤਾਂ ਸਾਹ ਵਾਲੀਆਂ ਚੀਜ਼ਾਂ ਮਰ ਗਈਆਂ, ਖੱਪ ਗਈਆਂ, ਕਦੋਂ ਮਰ ਜਾਣ, ਕਦੋਂ ਮੁੱਕ ਜਾਣ। ਪਰ ਆਹ ਜਿਹੜੀ ਸਾਡੀ ਕੰਧ ਵਾ ਇਹ ਸਦਾ ਰਹੂਗੀ। ਤੇ ਜਿਹੜਾ ਇੱਥੇ ਉੱਤੇ ਬੈਠੂਗਾ ਉਹਨੂੰ ਹਾਥੀ ਵਾਲਾ ਝੂਟਾ ਆਊਗਾ। ਜਿਸ ਤਰ੍ਹਾਂ ਹਾਥੀ ਨਹੀਂ ਝੂਲਦਾ, ਇਸ ਤਰ੍ਹਾਂ ਐਂ ਤੁਰਦਾ। ਉਹ ਕੰਧ ਨੂੰ ਧੰਨ ਗੁਰੂ ਅਰਜਨ ਦੇਵ ਨੇ ਵਰ ਦੇ ਦਿੱਤਾ। ਉਹਦਾ ਨਾਂ ਰੱਖਿਆ ਝੂਲਦੇ ਮਹਿਲ। ਅੱਜ ਵੀ ਤੁਸੀਂ ਜਾਓ, ਉੱਤੇ ਚੜ੍ਹ ਜਾਓ, ਬਿਲਕੁਲ ਹਾਥੀ ਦੇ ਆਕਾਰ ਜਿੱਡੀ ਉੱਚੀ, 8 ਫੁੱਟ 9 ਫੁੱਟ ਉੱਚੀ ਕੰਧ ਵਾਓ ਤੇ 3.5-4 ਫੁੱਟ ਚੌੜੀ ਕੰਧ ਵਾ ਖਾਲਸਾ ਜੀ। ਉਹਦੇ ਉੱਤੇ ਜਦੋਂ ਬੈਠ ਜਾਂਦੇ ਪੁਰਾਣੇ ਸਮੇਂ 'ਚ, ਫਿਰ ਅਰਦਾਸੀਆ ਅਰਦਾਸ ਕਰਦਾ ਹੈ ਮਹਾਰਾਜ, ਸੰਗਤਾਂ ਬੈਠੀਆਂ ਝੂਟਾ ਲੈਣ ਵਾਸਤੇ। ਤੇ ਉਹ ਮਹਾਰਾਜ ਦਾ ਵਰ ਸੀ ਕੰਧ ਨੂੰ, ਵੀ ਜਿਹੜਾ ਕੰਧ ਉੱਤੇ ਬੈਠ ਜੂਗਾ ਉਹਨੂੰ ਹਾਥੀ ਵਾਲਾ ਝੂਟਾ ਆਊਗਾ ਤੇ ਹਾਥੀ ਆਉਂ ਕੰਧ ਹਿਲਿਆ ਕਰੂਗੀ। ਤੇ ਆਹ ਜਿਹੜੇ ਹਾਥੀ ਤੁਰੇ ਜਾ ਰਹੇ ਨੇ ਬਾਦਸ਼ਾਹ ਦੇ, ਤੇ ਸਾਹ ਵਾਲੀਆਂ ਚੀਜ਼ਾਂ ਪਤਾ ਨਹੀਂ ਕਦੋਂ ਮਰ ਜਾਣ, ਮੁੱਕ ਜਾਣ, ਇਹਨਾਂ ਦਾ ਕਾਹਦੀ ਕੋਈ ਭਰੋਸਾ। ਉਹ ਫਿਰ ਉਹ ਮੈਂ ਕੱਲ ਵੀ ਕਿਹਾ ਵੀ ਇੱਕ ਕੰਧ ਸਾਡੇ ਕੋਲ ਸਰਹੰਦ ਵਾ, ਤੇ ਇੱਕ ਬਟਾਲੇ 'ਚ ਬਾਬਾ ਨਾਨਕ ਸੱਚੇ ਪਾਤਸ਼ਾਹ ਦੀ ਵਿਆਹ ਵਾਲੀ ਯਾਦ ਵਿੱਚ, ਤੇ ਇੱਕ ਕੰਧ ਸਾਡੇ ਕੋਲ ਤਰਨ ਤਾਰਨ ਦੇ ਪਿੰਡ ਠੱਠੀ ਖਾਰਾ 'ਚ ਆ। ਉਹ ਕੰਧ ਨੂੰ ਵਰਵਾ ਤੇ ਉਹ ਹਾਥੀ ਜਿੰਨੀ ਉੱਚੀ ਕੰਧ ਵਾ, ਤੇ ਉਹਦੇ ਵਿੱਚ ਹੀ ਪੌੜੀਆਂ ਚੜਾਈਆਂ ਗਈਆਂ ਦੋਵੇਂ ਪਾਸਿਆਂ ਤੋਂ। ਤੇ ਉੱਤੇ ਵੀ ਹਾਥੀ ਜਿੰਨੇ ਆਕਾਰ ਦੀ ਚੌੜੀ, ਕੋਈ 3 ਫੁੱਟ ਚੌੜੀ ਆ, 3.5-4 ਫੁੱਟ। ਜਿੱਥੇ ਧੰਨ ਗੁਰੂ ਅਰਜਨ ਦੇਵ 7 ਸਾਲ ਬੈਠੇ ਰਹੇ ਪਿੰਡ ਦੇ ਵਿੱਚ। ਉਹ ਫਿਰ ਜਦੋਂ ਸੰਗਤਾਂ ਉੱਤੇ ਬਹਿ ਜਾਂਦੀਆਂ ਚੜ੍ਹ ਕੇ, ਕੋਈ 8-10 ਬੰਦੇ ਬਹਿ ਜਾਂਦੇ ਚੰਗੇ ਖੁੱਲੇ ਉੱਤੇ ਹਾਥੀ ਵਾਂਗੂ। ਫਿਰ ਅਰਦਾਸੀਆ ਅਰਦਾਸ ਕਰਦਾ ਮਹਾਰਾਜ, ਸੰਗਤਾਂ ਬੈਠੀਆਂ ਤੇ ਝੂਟਾ ਲੈਣ ਵਾਸਤੇ ਬੈਠੀਆਂ ਸੰਗਤਾਂ। ਤੇ ਪੁਰਾਣੇ ਸਮੇਂ 'ਚ ਬਸ ਅਰਦਾਸ ਕੀਤੀ ਜਾਂਦੀ ਛੋਟੀ ਜੀ, ਤੇ ਉਹ ਕੰਧ ਜਿਹੜੀ ਇਸ ਤਰ੍ਹਾਂ ਹਾਥੀ ਵਾਂਗੂ ਉੱਤੇ ਝੂਟਾ ਦਿੰਦੀ ਸੰਗਤਾਂ ਨੂੰ। ਹੁਣ ਥੋੜ੍ਹਾ ਜਿਹਾ ਹੱਥ ਜਦੋਂ ਸੰਗਤਾਂ ਬਹਿ ਜਾਂਦੀਆਂ, ਫਿਰ ਉੱਥੋਂ ਦਾ ਜਿਹੜਾ ਗ੍ਰੰਥੀ ਥੋੜ੍ਹਾ ਜਿਹਾ ਇਸ਼ਾਰਾ ਕਰਦਾ, ਕੰਧ ਨੂੰ ਹਿਲਾਉਂਦਾ ਮਾੜਾ ਜਿਹਾ, ਤੇ ਉਹ ਹਾਥੀ ਵਾਂਗੂ ਇਸ ਤਰ੍ਹਾਂ ਐਂ ਝੂਲਦੀ ਆ ਕੰਧ। ਇਹ ਵਾਰ ਵਾ ਉਸ ਕੰਧ ਨੂੰ ਸੱਚੇ ਪਾਤਸ਼ਾਹ ਨੇ। ਵੇਖੋ ਹੁਣ ਇੱਕ 4 ਫੁੱਟੀ ਕੰਧ ਚੌੜੀ ਹੋਵੇ, ਉਹਨੂੰ ਉਹ ਇਸ ਤਰ੍ਹਾਂ ਹਿੱਲੇ, ਤੇ 400 ਸਾਲ ਹੋ ਗਏ ਇਸ ਤਰ੍ਹਾਂ ਹਿਲਦਿਆਂ ਨੂੰ, ਉਹਨੂੰ ਕੋਈ ਤਰੇੜ ਨਹੀਂ ਉਹ 'ਚ ਆਈ, ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਥੇ ਨਿਵਾਸ ਕਰਦੇ ਨੇ ਉਸ ਪਿੰਡ ਦੇ ਵਿੱਚ। ਇੱਥੇ ਇੱਕ ਚੌਧਰੀ ਆਉਂਦਾ, ਫਿਰ ਚੌਧਰੀ ਕਹਿੰਦਾ ਮਹਾਰਾਜ ਕੋ ਸੇਵਾ ਦਿਓ। ਉਹ ਆਪਣੇ ਪਿਛਲੀ ਵਾਰੀ ਪ੍ਰਸੰਗ ਆਪਾਂ ਸਾਰਾ ਉੱਤੇ ਸੁਣਾ ਦਿੱਤਾ ਸੰਗਤਾਂ ਨੂੰ।
ਇਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਵੱਡਾ ਸਰੋਵਰ ਉਹ ਜ਼ਮੀਨ ਦਿੰਦਾ ਚੌਧਰੀ, ਉਹਦਾ ਨਾਂ ਭਾਈ ਲੰਗਾ ਇਤਿਹਾਸ ਨੇ ਲਿਖਿਆ। ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲਗਾ ਸੁਹੰਦਾ। ਇਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਿਰ ਜਿੰਨੇ ਕੋਹੜੀ ਸੀ ਉਹਨਾਂ ਨੂੰ ਸੇਵਾ ਸਿਮਰਤ ਲਾ ਕੇ ਤੇ ਉਹਨਾਂ ਦੇ ਦੁੱਖ ਦੂਰ ਕਰੀ ਜਾਂਦੇ ਨੇ, ਉਹ ਸੇਵਾ ਕਰੀ ਜਾਂਦੇ ਨੇ, ਸਿਮਰਨ ਕਰੀ ਜਾਂਦੇ ਨੇ। ਤੇ ਭੱਟ ਨੇ ਲਿਖਿਆ ਨਾ ਵੀ ਮਥਰਾ ਤਿੰਨ ਕੇ ਦੁੱਖ ਕੋਟਕ ਦੂਰ ਗਿਓ, ਮਥਰਾ ਜਿਨ ਅੰਮ੍ਰਿਤ ਨਾਮ ਪੀਓ। जग और न जाए महातम में अवतार अजागर आन कियो, तिनके दुख कोटक दूर गए, मथुरा जिन अमृत नाम पियो। ओ पाठ जी कहते लोको ना भटको ना धक्के खाओ, जग और न जाए महातम में, महातम तम नेरे नू, लोको ना नेरे च भटको, ना कबरां ते जाओ, ना देहधारी गुरुआं बाबियां दे कमाद गोडो, ना उन्हां दीयां कणकां बीजो, ना वड्डो। किहड़े चक्कर च पै गए? ये हज़ारां हज़ारां कल्ले कणक बीजने, कमाद बीजने काम गुरुआं दा नहीं, वपारी लोक ने। दरिया भी पूर के इन्हां ने जमीनां बना लियां ते लोको तुसीं क्यों मगर लागे इन्हां दे? जग और न जाहे महातम मैं, ना जाओ दुनिया नेरे च ना भटको। क्यों? जग जग और न जाहे महात्म में, अवतार उजागर आन कियो। धन गुरु अर्जन देव सच्चे पातशाह कलयुग दे अवतार ने। हुण टक्कर क्यों हो जाती है बादशाह दे नाल महापुरखां दी? ओहदा भी जिक्र बाणी ने कहा भी जिहड़े महापुरख हुंदे ने उन्हां दा हलीमी। हुण होआ हलीमी, सब सिष्ट सेवे दिन रात जियो, दे कंन सुनो अरदास जियो। होआ हलेमी राज जियो, जनक राज बरताया सतजुगिया लीना। धन गुरु अर्जन देव सच्चे पातशाह ने इस धरती उत्ते एक राज चला दिता। वैसे राज तो गुरु नानक साहब ने चलाया सी, जिद्दां सत्ता ते बलवंड जी कहंदे ने, नानक राज चलाया सतकोट सताणी नीम दे। हुण एक देश दे विच दो राजे नहीं हो सकते, एक जालम आ, एक जालम दा राज आ, एक हलीमी राज धरती ते हुण दोवां दी खटकनी खटकनी है। ते पाठ जी कहंदे ने, जनक राज बरताया सतजुगिया लीना। गुरु अर्जन देव सच्चे पातशाह ने ऐं दा राज चलाता कि मानो धरती ते सतयुग हो गया, क्योंकि उन्हां दे अंदर सच सी। भरा ने इन्नी ईर्खा की, धन गुरु अर्जन देव ने कोई ईर्खा की नहीं। ते दीन दुखियां दी सेवा करनी धन गुरु अर्जन देव सच्चे पातशाह ने। ते मानो भगत भट्ट जी कहंदे ने, जनक राज बरताया सतजुगिया लीना। गुरु अर्जन देव सच्चे पातशाह ने इस धरती उत्ते सतयुग वाला समा बना के रख दिता। उस पिंड विच धन गुरु अर्जन देव सच्चे पातशाह बैठे होए ने। ते गुरु घर की मर्यादा है आसा दी वार दा कीर्तन। सत्ता जी ते बलवंड जी कीर्तन करते ने ते धन गुरु अर्जन देव जी संगतां विच बैठ के कीर्तन सुनते ने। ये जिहड़ा तुसीं दरबार साहिब अंदर कीर्तन आसा दी वार सुनदे हो, ये जदों पहली वारी प्रकाश होया ना दरबार साहिब दे अंदर, उस दिन तो आसा दी वार आरंभ हुई। दरबार साहिब अंदर पहलों नहीं सी हुंदी आसा दी वार। हाँ, गुरु अर्जन देव ने हरमंदर साहिब बनाता 3-4 साल पहला, पर वो अंदर कीर्तन नहीं सी कीता। जिस दिन पहला प्रकाश किया ना, तो उस दिन पहली वारी आसा दी वार दा कीर्तन सत्ते जी ते बलवंड जी ने कीता। पहला प्रकाश पहली वारी दरबार साहिब अंदर होया ते पहली वारी अज गुरु ग्रंथ साहिब दे हजूरी विच आसा दी वार लगी। पहली वारी, इस तो पहला नहीं सी हुंदी। पहला गुरुआं दे गुरु नानक साहिब बैठ जाते सी ते रागी कीर्तन करते सी, गुरु अंगद साहिब बैठ जाते सी ते रागी कीर्तन करते सी। गुरु गोबिंद सिंह सच्चे पातशाह अमृत वेले इशनान पान करके चौंकड़ा मार के आसा दी वार सुनते सी ते रागी कीर्तन करते सी। पर अज पहली वारी होया कि गुरु ग्रंथ साहिब की ताबिया बैठ के रागिया ने कीर्तन किया है 1604 के अंदर भादव सुदी 1 मनु शैंत।
ਤੇ ਪਹਿਲੀ ਵਾਰੀ ਅੱਜ ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੱਗੀ ਆ ਤੇ ਅੱਜ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਗਈ ਹੈ। ਅੱਗੋਂ ਪਿੱਛੋਂ ਸਰੀਰ ਗੁਰੂ ਅੱਗੇ ਹੁੰਦੀ ਸੀ, ਅੱਜ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਬੈਠੇ ਹੋਏ ਨੇ। ਮੈਂ ਕਹਿ ਰਿਹਾ ਸੀ ਕਿ ਇਹ ਸਾਡੀ ਮਰਜ਼ਾਦਾ ਵਾ ਕਿ ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਕਿਉਂਕਿ ਇਹ ਆਸਾ ਦੀ ਵਾਰ ਗੁਰੂ ਸਾਹਿਬ ਆਪ ਸੁਣਦੇ ਰਹੇ ਨੇ। ਪਰ ਅੱਜ ਇੱਕ ਬੜੀ ਮੁਸ਼ਕਲ ਬਣੀ ਹੋਈ ਆ ਭਾਈ ਕਿ ਅੱਜ ਜਿੰਨੇ ਸਾਡੇ ਰਾਗੀ ਸਿੰਘ ਨੇ ਨਾ, ਚਲੋ ਮੈਂ ਕਿਸੇ ਦਾ ਤਵਾ ਤੇ ਨਹੀਂ ਲਾਉਣਾ, ਮੈਂ ਤੇ ਹੁਣ ਗੱਲ ਸਾਹਮਣੇ ਆ ਗਈ ਕਹਿ ਦੇਣ ਲੱਗਾ। ਮੈਨੂੰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 30 ਸਾਲ ਹੋ ਗਏ ਮੈਂ ਆਸਾ ਦੀ ਵਾਰ ਸੁਣਦਾ। ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਨੇ ਅੰਮ੍ਰਿਤ ਵੇਲੇ। ਕੋਈ ਥੋੜੇ ਦਿਨ ਹੋਏ ਹੋਣਗੇ, ਥੋੜੇ ਹੀ ਦਿਨ ਹੋਣਗੇ ਜਿੰਨੇ 30 ਸਾਲਾਂ 'ਚ ਮੈਂ ਸੱਚੇ ਪਾਤਸ਼ਾਹ ਦੀ ਆਸਾ ਦੀ ਵਾਰ ਨਾ ਸੁਣ ਸਕਿਆ ਹਾਂ। ਦਰਬਾਰ ਸਾਹਿਬ ਦੀ ਆਸਾ ਦੀ ਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਣੀ ਦੀ। ਔਰ 1990 ਤੋਂ ਲੈ ਕੇ 94 ਤੱਕ ਮੈਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਇਹ ਆਸਾ ਦੀ ਵਾਰ ਸੁਣਦਾ ਰਿਹਾ। ਚਲੋ ਅੱਜ ਕੱਲ੍ਹ ਤੇ ਹੁਣ ਮੀਡੀਆ ਵਾ ਤੇ ਘਰ ਬੈਠਿਆਂ ਹੀ ਰੇਡੂਆ ਲਾ ਲਈਦਾ ਤੇ ਮਹਾਰਾਜ ਦੇ ਪਾਤਸ਼ਾਹ ਨਾਲ ਇੱਥੇ ਹੀ ਦਰਸ਼ਨ ਹੋ ਜਾਂਦੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਮੈਂ ਇਹਨਾਂ 30 ਸਾਲਾਂ ਦੌਰਾਨ ਜਦੋਂ ਦਾ ਮੈਂ ਆਸਾ ਦੀ ਵਾਰ ਸੁਣਦਾ ਆ ਰਿਹਾ, ਮੈਂ ਕੋਈ ਰਾਗੀ ਸਿੰਘ ਨਹੀਂ ਆਸਾ ਦੀ ਵਾਰ ਸੁਣਦਾ ਵੇਖਿਆ ਜ਼ਿੰਦਗੀ 'ਚ। ਜਿਹੜੀ ਆਸਾ ਦੀ ਵਾਰ ਨੂੰ ਗੁਰੂ ਅਰਜਨ ਦੇਵ ਸੁਣਦੇ ਹੋਣ, ਜਿਹੜੀ ਆਸਾ ਦੀ ਵਾਰ ਨੂੰ ਗੁਰੂ ਅੰਗਦ ਸਾਹਿਬ ਸੁਣਦੇ ਹੋਣ ਭਾਈ ਜੋਧ ਦੇ ਕੋਲੋਂ, ਮੁੜ ਕੇ ਉਹ ਰਾਗੀਆਂ ਦੇ ਕੋਲੋਂ, ਤੇ ਅੱਜ ਦਾ ਰਾਗੀ ਆਸਾ ਦੀ ਵਾਰ ਸੁਣੇ ਨਾ, ਤੇ ਇਹ ਕੀ ਕਹੋਗੇ ਤੁਸੀਂ ਇਹਨਾਂ ਨੂੰ? ਰਾਗ ਸਿੱਖ ਕੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਗੁਰੂ ਕੀ ਮਰਜ਼ਾਦਾ ਕੌਣ ਧਾਰਨ ਕਰੂਗਾ ਭਾਈ? ਫਿਰ ਮੈਂ ਕਹਿ ਦਿਆਂ, ਮੈਂ ਇਸ 30 ਸਾਲ ਹੋ ਗਏ ਆਸਾ ਦੀ ਵਾਰ ਸੁਣਦਿਆਂ ਨੂੰ, ਉੱਠਦਿਆਂ ਬੈਠਦਿਆਂ ਨੂੰ। ਮੈਂ 30 ਸਾਲਾਂ ਵਿੱਚ ਮੈਂ ਕੋਈ ਰਾਗੀ ਨਹੀਂ ਵੇਖਿਆ ਆਸਾ ਦੀ ਵਾਰ ਸੁਣਦਾ। ਕਰਦੇ ਨੇ, ਕਿਉਂ ਕਰਦੇ ਨੇ? ਉਹਨਾਂ ਦੀ ਡਿਊਟੀ ਆ ਪੈਸਾ ਲੈਣਾ, ਸੁਣਨਾ ਨਹੀਂ ਹੈ। ਤੇ ਮੁੜ ਕੇ ਕਹਿੰਦੇ ਸਾਡੇ ਰਾਗੀਆਂ ਨਾਲ ਆਹ ਕਿੱਦਾਂ ਹੋ ਗਿਆ? ਇੱਦਾਂ ਹੀ ਹੋਣਾ। ਜਦੋਂ ਗੁਰੂ ਨੂੰ ਪਿੱਠ ਦੇ ਕੇ ਕੇਵਲ ਪੈਸਾ ਇਕੱਠਾ ਕਰਨਾ ਬਾਣੀ ਸੁਣਾ ਕੇ ਲੋਕਾਂ ਨੂੰ, ਫਿਰ ਇੱਦਾਂ ਹੀ ਹੋਣਾ ਜਿੱਦਾਂ ਹੋਇਆ। ਫਿਰ ਕਾਲਖ ਹੀ ਖੱਟਣੀ ਆ। ਸਾਡੀ ਕੌਮ ਦਾ ਨਾਮਵਰ ਰਾਗੀ ਬਲਬੀਰ ਸਿੰਘ, ਜਿਹਨੇ ਸਾਰੀ ਜ਼ਿੰਦਗੀ ਕੀਰਤਨ ਕੀਤਾ ਹੈ, ਗੰਧਰਵ ਰਾਗੀ ਹੈ। ਬੁੱਢੇ ਵਾਰੇ ਆਸੂਤੋਸ਼ ਦੇ ਚਰਨਾਂ 'ਚ ਜਾ ਕੇ ਬਹਿ ਗਿਆ ਤੇ ਕਹਿੰਦਾ ਮੈਨੂੰ ਜਿੰਨੀ ਸ਼ਾਂਤੀ ਤੁਹਾਡੇ ਕੋਲ ਬੈਠ ਕੇ ਆਈ ਆ ਕਦੀ ਆਈ ਨਹੀਂ ਹੈ। 35 ਸਾਲ ਤੂੰ ਬਿਨਾਂ ਨਾਗੋ ਤੋਂ ਦਰਬਾਰ ਸਾਹਿਬ ਕੀਰਤਨ ਕੀਤਾ ਤੇ ਤੈਨੂੰ ਸ਼ਾਂਤੀ ਨਾ ਆਈ ਹੋਵੇ ਤੇ ਤੂੰ ਇੱਕ ਭਈਏ ਦੇ ਕੋਲ ਬਹਿ ਕੇ ਆਖੇ ਕਿ ਮੈਨੂੰ ਸ਼ਾਂਤੀ ਆ ਗਈ ਅੱਜ ਬੜੀ ਵੱਡੀ, ਕਦੀ ਸ਼ਾਂਤੀ ਆਈ ਨਹੀਂ ਸੀ। ਇਹ ਆ ਇਹਨਾਂ ਦੀ ਅੰਦਰੂਲੀ ਹਾਲਤ ਸਾਡੇ ਕੌਮ ਦੇ ਪ੍ਰਚਾਰਕਾਂ ਦੀ ਤੇ ਸਾਡੇ ਕੌਮ ਦੇ ਰਾਗੀਆਂ ਦੇ ਢਾਡੀਆਂ ਦੀ। ਇਹ ਕਹਿਣ ਵਾਸਤੇ ਤੇ ਆ ਜਾਂਦੇ ਨੇ ਸੰਗਤ ਵਿੱਚ, ਸੁਣਨ ਵਾਸਤੇ ਮੈਂ ਨਹੀਂ ਕੋਈ ਰਾਗੀ ਢਾਡੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦਾ, ਗੁਰੂ ਘਰ ਝਾੜੂ ਫੇਰਦਾ, ਜਿੱਥੇ ਬਾਬਾ ਬੁੱਢਾ ਜੀ ਘਾਹ ਖੋਤਦੇ ਰਹੇ ਹੋਣ। ਪਾਠੀ ਗ੍ਰੰਥੀ ਗੁਰੂ ਘਰ ਦੇ ਬਾਬਾ ਬੁੱਢਾ ਜੀ ਅੱਜ ਨਹੀਂ ਕੋਈ ਖੋਤ ਸਕਦਾ। ਫਿਰ ਕਹਿੰਦੇ ਸਾਡਾ ਸਤਿਕਾਰ ਨਹੀਂ ਹੁੰਦਾ। ਕਿਵੇਂ ਹੋਊਗਾ ਸਤਿਕਾਰ? ਪਾਠੀਆਂ ਦਾ, ਰਾਗੀਆਂ ਦਾ ਸਤਿਕਾਰ ਕਿਵੇਂ ਹੋਊਗਾ? ਇਹ ਫਲਾਨਾ ਰਾਗੀ ਜਦੋਂ ਇਹ ਉੱਥੇ ਮਲਾਰ ਰਾਗ ਪੜ੍ਹਦੇ ਦਰਬਾਰ ਸਾਹਿਬ ਦੇ, ਮੈਨੂੰ ਪਿੱਛੇ ਜਦੋਂ ਘਟਨਾ ਵਾਪਰੀ ਰਾਗੀਆਂ ਦੇ ਨਾਲ, ਰਾਗੀ ਨਾ ਇਹੋ ਜਦੋਂ ਕੀਰਤਨ ਕਰਦੇ ਸੀ, ਮਲਾਰ ਰਾਗ ਪੜ੍ਹਦੇ ਸੀ ਤੇ ਇਹ ਬੱਦਲ ਆ ਜਾਂਦਾ, ਮੀਂਹ ਪੈ ਜਾਂਦਾ ਸੀ। ਕਿਸੇ ਨੇ ਮੈਨੂੰ ਕਿਹਾ ਆਣ ਕੇ, ਮੈਂ ਕਿਹਾ ਮੈਂ ਤਾਂ ਉਹਦੇ ਲਾਗੇ ਬੈਠਾ ਹੋਣਾ, 2 ਫੁੱਟ ਹਟਵਾ ਉਹਦੇ ਲਾਗੇ ਬੈਠਾ ਹੋਣਾ, ਮੈਂ ਤਾਂ ਕਦੀ ਬੱਦਲ ਆਉਂਦਾ ਵੇਖਿਆ ਨਹੀਂ, ਮੈਂ ਤਾਂ ਕਦੀ ਕੋਈ ਮੀਂਹ ਪੈਂਦਾ ਵੇਖਿਆ ਨਹੀਂ ਇਹਨਾਂ ਦੇ ਨਾਲ। ਇਹ ਝੂਠੀਆਂ ਗੱਲਾਂ ਘੜ ਕੇ ਲੋਕਾਂ ਨੂੰ ਐਵੇਂ ਗੁੰਮਰਾਹ ਕਰ ਰਹੇ ਨੇ। ਖੈਰ ਨਾ ਭਾਈ, ਇਹ ਮਰਜ਼ਾਦਾ ਰਾਗੀ ਢਾਡੀ ਸਾਰੇ ਕੌਮ ਦੇ ਉਹ ਸੰਗਤ 'ਚ ਬੈਠਿਆ ਕਰੋ।
क्यों धन ਜਦੋਂ ਤੁਸੀਂ ਬੈਠੇ ਹੋਣਗੇ ਫਿਰ ਤੁਹਾਨੂੰ ਵੇਖ ਕੇ ਲੋਕੀ ਵੀ ਬੈਠਣਗੇ। ਤੁਸੀਂ ਤੇ ਕੀਰਤਨ ਕੀਤਾ ਘੰਟਾ ਤੇ ਘਰਾਂ ਨੂੰ ਭੱਜ ਗਏ, ਤੇ ਜਿਹੜੀ ਗੁਰੂ ਨੇ ਟਕਸਾਲ ਬੱਧੀ ਆ, ਸੰਗਤ ਬੱਧੀ ਆ, ਇੱਥੇ ਕੌਣ ਬਹੂਗਾ? ਜੇ ਸੰਗਤ ਵਿੱਚ ਗੁਰੂ ਬੈਠੇ ਹੋਣ, ਗੁਰੂ ਬਹਿੰਦੇ ਹੋਣ, ਦੱਸੇ ਗੁਰੂ ਬੈਠੇ ਹੋਣ ਉਸ ਸੰਗਤ ਵਿੱਚ, ਤੇ ਅੱਜ ਦਾ ਰਾਗੀ ਨਾ ਬੈਠੇ ਕੇਵਲ ਇਹਨੇ ਵੀ ਪੈਸਾ ਕਮਾਉਣ 'ਤੇ ਲੱਗਾ ਹੋਇਆ ਹੋਵੇ। ਨਾ ਭਾਈ, ਕੁਝ ਇਸ ਤਰ੍ਹਾਂ ਨਾ ਕਰੋ। ਜੇ ਕਰੋਗੇ ਤਾਂ ਤੁਸੀਂ ਵੇਖ ਹੀ ਲਿਆ ਅਖੀਰ ਫਿਰ ਕੀ ਅੰਤ ਹੁੰਦਾ ਹੈ, ਕੁਛ ਨਹੀਂ ਮਿਲਦਾ ਅਖੀਰ 'ਤੇ, ਫਿਰ ਵੇਖ ਹੀ ਲਿਆ। ਖੈਰ ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਥੇ ਬੈਠੇ ਨੇ। ਮਰਜ਼ਾਦਾ ਨਿਭ ਰਹੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਉਸ ਖਾਰੇ ਪਿੰਡ ਦੇ ਵਿੱਚ। ਇਹ ਫਿਰ ਤਰਨਤਾਰਨ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਪੂਰਾ ਹੋ ਗਿਆ ਤੇ ਹੁਣ ਧੰਨ ਗੁਰੂ ਇੱਧਰ ਸੇਵਾ ਲੱਗੀ ਹੋਈ ਆ, ਸਰੋਵਰ ਪੁੱਟ ਰਹੇ ਨੇ ਸੰਗਤਾਂ, ਤੇ ਲਾਗਲੇ ਪਿੰਡਾਂ ਜਾ ਕੇ ਧੰਨ ਗੁਰੂ ਅਰਜਨ ਦੇਵ ਪ੍ਰਚਾਰ ਕਰਦੇ ਨੇ। ਅੱਜ ਮੇਰਾ ਸੀ ਪ੍ਰਚਾਰ ਦੌਰੀਆਂ ਫੇਰੀਆਂ। ਗੁਰੂ ਅਰਜਨ ਦੇਵ ਨੇ ਕਿੱਥੋਂ ਤੱਕ ਪ੍ਰਚਾਰ ਕੀਤਾ। ਇੱਧਰ ਨੂੰ ਆ ਜਾਓ ਤੁਸੀਂ, ਅੰਮ੍ਰਿਤਸਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਗੁਰਦਾਸਪੁਰ ਬਾਠ ਸਾਹਿਬ ਤੱਕ ਜਾਂਦੇ ਆ, ਪਰ ਮੈਂ ਇੱਧਰ ਨਹੀਂ ਮੈਂ ਆਉਣਾ ਚਾਹੁੰਦਾ। ਉੱਥੇ ਉਹ ਫਿਰ ਤਰਨਤਾਰਨ ਸਾਹਿਬ ਲਾ ਕੇ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਵੇਖ ਲਿਆ ਵੀ ਇਹ ਕਬਰ ਤੋਂ ਲੋਕੀ ਹਟਦੇ ਨਹੀਂ, ਸੇਖ ਪਤੇ ਜਾਣ ਤੋਂ ਹਟਦੇ ਨਹੀਂ, ਤੇ ਧੰਨ ਗੁਰੂ ਅਰਜਨ ਦੇਵ ਨੇ ਉਹਦੇ ਆਲੇ ਦੁਆਲੇ ਫਿਰ ਸਥਾਨ ਬਣਾ ਦਿੱਤੇ। ਜਿਸ ਤਰ੍ਹਾਂ ਤਰਨਤਾਰਨ ਤੋਂ ਹਟਵਾ ਥੋੜਾ ਸ਼ੇਖ ਪਤਾ, ਤੇ ਜਿੰਨਾ ਖਟਵਾ ਸ਼ੇਖ ਪਤਾ ਉਹਨਾਂ ਖਟਵਾ ਇੱਕ ਪਿੰਡ ਆ ਤਖਤੂ ਚੱਕ। ਧੰਨ ਗੁਰੂ ਅਰਜਨ ਦੇਵ ਉਸ ਪਿੰਡ ਦੇ ਬਾਰ-ਬਾਰ ਜਾਂਦੇ ਨੇ, ਤੇ ਸੰਗਤਾਂ ਇਕੱਠੀਆਂ ਹੁੰਦੀਆਂ, ਕਹਿੰਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਈਆਂ ਬੱਚਿਆਂ ਨੂੰ ਸੋਕੜਾ ਹੋ ਜਾਂਦਾ ਹੈ, ਤੇ ਦਵਾ ਦਵਾਰੂ ਤੋਂ ਉਦੋਂ ਹੁੰਦੀ ਨਹੀਂ ਸੀ, ਮਰ ਜਾਂਦੇ ਆ, ਤੇ ਮਹਾਰਾਜ ਕੋ ਕਿਰਪਾ ਕਰੋ। ਤੇ ਧੰਨ ਗੁਰੂ ਅਰਜਨ ਦੇਵ ਨੇ ਉੱਥੇ ਇੱਕ ਸਰੋਵਰ ਬਣਵਾਇਆ ਉਸ ਪਿੰਡ ਦੇ ਬਾਹਰ-ਬਾਹਰ, ਤੇ ਆਖਿਆ ਵੀ ਜਿਹੜਾ ਇੱਥੇ ਸ਼ਰਧਾ ਨਾਲ ਪਾਠ ਪੂਜਾ ਸਿਮਰਨ ਕਰੂਗਾ, ਇਸ਼ਨਾਨ ਕਰੂਗਾ, ਉਹਦਾ ਸੋਕੜਾ ਲੱਥ ਜਾ ਕਰੂਗਾ। ਇਹੀ ਵਾਰ ਉਹ ਸੱਚੇ ਪਾਤਸ਼ਾਹ ਨੇ ਉਸ ਪਿੰਡ ਵਿੱਚ ਦਿੱਤਾ ਸੀ। ਅੱਜ ਕੱਲ੍ਹ ਕਹਿੰਦੇ ਗੁਰੂ ਕੋ ਕਰਾਮਾਤਾਂ ਨਹੀਂ ਹੈ, ਵਰ ਨਹੀਂ ਹੈ। ਨਾ ਭਾਈ, ਇਸ ਤਰ੍ਹਾਂ ਨਾ ਕਰੋ। ਗੁਰੂ ਸਰਬ ਸ਼ਕਤੀਮਾਨ ਹੈ, ਗੁਰੂ ਕਰਾਮਾਤਾਂ ਦਾ ਭਰਿਆ ਪਿਆ। ਇਹ ਫਿਰ ਧੰਨ ਗੁਰੂ ਅਰਜਨ ਦੇਵ ਉਸ ਤਖਤੂ ਚੱਕ ਮਾਫ ਕਰ ਤਖਤੂ ਚੱਕ ਪਿੰਡ ਸ਼ਾਇਦ ਤੋਂ ਨਾ, ਮੈਂ ਉਹ ਗੁਰਦੁਆਰੇ ਮੇਰੇ ਰਾਹ ਵਿੱਚ ਹੀ ਮੈਂ ਇੱਕ ਦੋ ਵਾਰੀ ਗਿਆ ਉੱਥੇ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਰਨਤਾਰਨ ਸਾਹਿਬ ਤੋਂ ਤੁਰਦੇ ਨੇ ਪ੍ਰਚਾਰ ਕਰਨ ਵਾਸਤੇ ਪਿੰਡਾਂ 'ਚ, ਤੇ ਤੁਰੇ ਜਾਂਦੇ ਨੇ, ਤੇ ਅੱਗੇ ਪਿੰਡ ਆ ਗਿਆ ਖਾਨ ਛਾਪਰੀ। ਇਹ ਤਰਨਤਾਰਨ ਤੋਂ ਥੋੜਾ ਹੀ ਹਟਵਾਂ ਵਾ। ਪਿੰਡ ਵਿੱਚ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਨੂੰ ਕਿਤੇ ਨਿਵਾਸ ਨਹੀਂ ਮਿਲਦਾ, ਤੇ ਉਸ ਪਿੰਡ ਦੇ ਬਾਹਰ-ਬਾਹਰ ਇੱਕ ਗੁਰੂ ਕਾ ਸਿੱਖ ਸੀ ਭਾਈ ਹੇਮਾ, ਛਾਪਰੀ ਪਿੰਡ ਦਾ ਰਹਿਣ ਵਾਲਾ ਹੇਮਾ। ਇਹ ਦਰਬਾਰ ਉੱਥੇ ਤਰਨਤਾਰਨ ਆਣ ਕੇ ਸੇਵਾ ਕਰਦਾ ਹੈ, ਤੇ ਗੁਰੂ ਕੀ ਸਿੱਖੀ ਧਾਰਨ ਕੀਤੀ, ਪਰ ਅੱਤ ਦਾ ਗਰੀਬ, ਕੋਈ ਕੋਠਾ ਮਠਲਾ ਨਹੀਂ ਹੈ, ਤੇ ਪਿੰਡੋਂ ਬਾਹਰ-ਬਾਹਰ ਇੱਕ ਟੁੱਟੀ ਜੀ ਛੰਨ ਪਾ ਕੇ ਤੇ ਉੱਥੇ ਗੁਰੂ ਦਿਨੇ ਰਾਤ ਜਪਦਾ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਪਿੰਡ 'ਚ ਜਾਂਦੇ ਨੇ, ਤੇ ਪਿੰਡ ਵਿੱਚ ਕੋਈ ਸੱਚੇ ਪਾਤਸ਼ਾਹ ਨੂੰ ਕੋਈ ਰੱਖਦਾ ਨਹੀਂ ਹੈ, ਤੇ ਇਹ ਫਿਰ ਕਹਿੰਦੇ ਭਾਈ ਸਾਡਾ ਇੱਥੇ ਕੋਈ ਪ੍ਰੇਮੀ ਆ ਹੇਮਾ, ਉਹਦਾ ਘਰ ਕਿੱਥੇ ਆ? ਕਹਿਣ ਲੱਗੇ ਉਹ ਪਿੰਡੋਂ ਬਾਹਰ-ਬਾਹਰ ਉਹਦੀ ਛਪੜੀ ਹੈ। ਛਪਰੀ ਹੁੰਦੀ ਸੀ, ਦੋ ਕਾਨਿਆਂ ਦੀ ਪਾ ਲੈਣੀ, ਦੋ ਲੱਕੜਾਂ ਇਕੱਠੀਆਂ ਗੱਡ ਕੇ ਉੱਤੇ ਇੱਕ ਲੱਕੜ ਰੱਖ ਕੇ ਉੱਤੇ ਕੱਖ ਕਾਨੇ ਪਾ ਲੈਣੇ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਿਰ ਉਹ ਹੇਮੇ ਦੀ ਛਪੜੀ 'ਚ ਜਾਂਦੇ ਨੇ, ਤੇ ਉਹ ਵੇਖ ਕੇ ਦਗ-ਦਗ ਹੋ ਗਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹ ਗਰੀਬਾਂ ਦੇ ਘਰ ਵਿੱਚ ਸ਼ਹਿਨਸ਼ਾਹ ਕਿਵੇਂ ਆ ਗਏ? ਉਹ ਜਦੋਂ ਬਿਦਰ ਦੇ ਘਰ ਆਏ ਨਾ ਸ਼੍ਰੀ ਕ੍ਰਿਸ਼ਨ ਜੀ, ਤੇ ਬਿਦਰ ਬਰਾਬ ਹੈ, ਇਹ ਗਰੀਬਾਂ ਦੇ ਘਰ ਵਿੱਚ ਇਹ ਬਾਦਸ਼ਾਹ ਕਿਵੇਂ ਆ ਗਏ? ਪਰ ਗੁਰੂ ਗਰੀਬ ਨਵਾਜ ਆ, ਗੁਰੂ ਮਲਕ ਭਾਗੋ ਦੇ ਮਹਿਲਾਂ 'ਚ ਨਹੀਂ ਜਾਂਦਾ। ਗੁਰੂ ਭਾਈ ਲਾਲੋ ਦੇ ਕੋਧਰੇ ਦੀਆਂ ਰੋਟੀਆਂ ਤੇ ਖਾ ਲੈਂਦਾ, ਪਰ ਮਲਕ ਭਾਗੋ ਦੇ ਪਰੌਂਠੇ ਨਹੀਂ ਖਾਂਦਾ। ਇਹ ਗੁਰੂ ਦੀ ਨਿਸ਼ਾਨੀ। ਉਹ ਭਾਈ ਹੇਮਾ ਵੇਖ ਕੇ ਤੇ ਬੜਾ ਖੁਸ਼ ਹੋਇਆ ਸੱਚੇ ਪਾਤਸ਼ਾਹ ਨੂੰ, ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਖਾਣ ਵਾਸਤੇ ਵੀ ਕੁਛ ਨਹੀਂ ਆ, ਕੋਈ ਸੌਣ ਵਾਸਤੇ ਕੋਈ ਬਸਤਰ ਨਹੀਂ ਹੈਗੇ, ਤੁਹਾਨੂੰ ਕੋਈ ਮੰਜੇ ਡਾਹ ਦਿਆਂ, ਤੇ ਮਹਾਰਾਜ ਇੱਥੇ ਝੁੱਗੀ 'ਚ ਤੁਸੀਂ ਕਿਸ ਤਰ੍ਹਾਂ ਰਾਤ ਕੱਟੋਗੇ?
ਕਹਿਣ ਲੱਗੇ ਹੇਮਿਆ ਜੋ ਇੱਥੇ ਆਨੰਦ ਆਉਣਾ ਨਾ ਅੱਜ ਰਾਤ ਕੱਟਣ ਦਾ, ਇਹ ਕਿਤੇ ਆਉਣਾ ਹੀ ਨਹੀਂ ਹੋ। ਵਾਹ 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 ਵਾਹ। ਕਹਿਣ ਲੱਗੇ ਭਾਈ ਹੇਮਿਆ ਅੱਜ ਜਿਹੜਾ ਆਨੰਦ ਸਾਨੂੰ ਇੱਥੇ ਆਉਣਾ ਕਿਤੇ ਆਉਣਾ ਹੀ ਨਹੀਂ ਹੋ। ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਐ ਭਾਈ ਹੇਮੇ ਤੇਰੀ ਛਪਰੀ ਤੇ ਬੜੀ ਭਾਗਾਂ ਵਾਲੀ ਐ। ਜਾਂ ਮੈਂ ਗੁਣ ਗਾਏ, ਮੈਂ ਤੇਰੀ ਛਪਰੀ 'ਚ ਬੈਠ ਕੇ ਅੱਜ ਰੱਬੀ ਕੀਰਤਨ ਕੀਤਾ ਤੇ ਇਹ ਤੇਰੀ ਤਾਂ ਸੁਹਾਵਣੀ ਹੋ ਗਈ ਭਾਈ ਹੇਮੇ ਛਪਰੀ। ਤੇ ਦੂਸਰੇ ਪਾਸੇ ਜੇ ਵੱਡੇ ਮਹਿਲ ਵੱਡੇ ਵੱਡੇ ਮਹਿਲ ਪਾ ਲਏ ਹੋਣ ਤੇ ਅੰਦਰ ਕੋਈ ਕੀਰਤਨ ਨਹੀਂ ਆ, ਅੰਦਰ ਕੋਈ ਗੁਰੂ ਕੀ ਸੰਗਤ ਨਹੀਂ ਬਹਿੰਦੀ, ਕੋਈ ਗੁਰੂ ਗੁਰੂ ਨਹੀਂ ਜਪਦਾ, ਤੇ ਇਹ ਕਿਸ ਅਰਥ ਹੋ ਜਾਣਗੇ ਮਹਿਲ ਸਾਡੇ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਅੱਜ ਲੋਕਾਂ ਦੇ ਬਹਿਲ ਬੜੇ ਬੜੇ ਉੱਚੇ ਨੇ ਪਰ ਕੱਦ ਬੜੇ ਛੋਟੇ ਨੇ। ਅੱਜ ਕੱਲ ਸਾਡੇ ਮਹਿਲ ਬੜੇ ਉੱਚੇ ਨੇ ਪਰ ਸਰਕਰਦਾਰ ਸਾਡੇ ਬੜੇ ਗਿੱਠੇ ਨੇ। ਤੇ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ, ਉੱਚੇ ਮੰਦਰ ਸੁੰਦਰ ਨਾਰੀ। ਬੜੀਆਂ ਬੜੀਆਂ ਬਿਲਡਿੰਗਾਂ ਉਸਾਰਨ ਕਰ ਲੀਆਂ ਤੇ ਉੱਚੇ ਮੰਦਰ ਸੁੰਦਰ ਨਾਰੀ, ਪਰ ਰਾਮ ਨਾਮ ਬਿਨ ਬਾਜੀ ਹਾਰੀ। ਜੇ ਉੱਚੇ ਉੱਚੇ ਮੰਦਰ ਹੋਣ ਤੇ ਉੱਥੇ ਕੋਈ ਰੱਬ ਦਾ ਨਾਮ ਨਾ ਹੋਵੇ ਤੇ ਮਹਾਰਾਜ ਕਹਿੰਦੇ ਤੇ ਜ਼ਿੰਦਗੀ ਦੀ ਬਾਜੀ ਹਾਰ ਚੱਲਿਆ ਮਨੁੱਖ ਹੈ। ਉੱਥੇ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਹੇਮੇ ਕੋਲ ਰਾਤ ਕੱਟੀ। ਅੱਤ ਦਾ ਗਰੀਬ ਸੀ, ਝੌਂਪੜੀ ਵਿੱਚ ਰਾਤ ਕੱਟੀ ਤੇ ਉੱਥੇ ਫਿਰ ਮਹਾਰਾਜ ਨੇ ਦੋ ਸ਼ਬਦ ਉਚਾਰਨ ਕੀਤੇ, ਇੱਕ ਤੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤਹੀ ਕਾਮ ਨਾ ਤੌਲ ਹਾਰਾ ਜਿਤ ਹਾਰ ਬਿਸਰਾਏ। ਇਹ ਵੱਡੇ ਵੱਡੇ ਤੌਲ ਹਾਰ ਕਿਸ ਕੰਮ ਆ ਜਿੱਥੇ ਰੱਬ ਹੀ ਚੇਤੇ ਨਾ ਆਵੇ। ਤੇ ਉਹ ਝੌਂਪੜੀ ਕਿੰਨੀ ਕੁ ਸੁਹਾਵਣੀ ਹੋਏਗੀ ਜਿੱਥੇ ਬੈਠ ਕੇ ਕੋਈ ਰੱਬੀ ਯਾਦ ਨਾਲ ਜੁੜ ਗਿਆ ਹੋਊਗਾ। ਪਰ ਅੱਜ ਅਸੀਂ ਮਹਿਲ ਰਹਿਣ ਵਾਸਤੇ ਨਹੀਂ, ਅੱਜ ਵਿਖਾਉਣ ਵਾਸਤੇ ਲੋਕਾਂ ਨਾਲ ਸਾਡਾ ਬਹੁਤ ਵੱਡਾ ਜ਼ੋਰ ਲੱਗਾ ਹੋਇਆ ਮਹਿਲ ਬਣਾਉਣ ਉੱਤੇ। ਤੇ ਉਹ ਗੁਰੂ ਕੀ ਬਾਣੀ ਕਹਿੰਦੀ ਵੀ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਦਿਖਾਈ ਜਿਨ ਤਿਰਤਨ ਮੂੰਡ ਬੁਲਾਏ। ਪੁਰਾਣੀ ਇੱਕ ਮਹਾਂਪੁਰਖਾਂ ਦੀ ਮਰਜ਼ਾਦਾ ਹੁੰਦੀ ਸੀ, ਚਲੋ ਗ੍ਰਸਤੀ ਨੂੰ ਤੇ ਮਹਿਲ ਮੂਲ ਚਾਹੀਦੇ ਹੀ ਆ। ਤੇ ਪੁਰਾਣੇ ਮਾਰ ਕੰਡੇ ਰਿਖੀ ਕੋ ਕੋਈ ਗਿਆ ਪ੍ਰੇਮੀ ਕਹਿਣ ਲੱਗਾ ਬਾਬਾ ਜੀ ਤੁਹਾਨੂੰ ਕੋ ਕੋਠਾ ਪਾ ਦਈਏ। ਕਹਿਣ ਲੱਗੇ ਕਾਹਦੇ ਵਾਸਤੇ? ਐਸੇ ਰਹਿਣ ਵਾਸਤੇ। ਕਹਿੰਦੇ ਆ ਲੱਖ ਕੁ ਸਾਲ ਤੇ ਉਮਰ ਆ ਸਾਰੀ, ਲੱਖ ਸਾਲ ਵਾਸਤੇ ਰਹਿਣਾ ਧਰਤੀ ਉੱਤੇ ਤੇ ਕੋਠਾ ਕੀ ਕਰਨਾ ਆਪਾਂ। ਭਾਈ ਗੁਰਦਾਸ ਲਿਖਦੇ ਲੱਖ ਵਰਿਆਂ ਕੀ ਆਰਜਾ। ਹੁਣ ਸਾਡੀ 100 ਸਾਲ ਆ, 100 ਤੋਂ ਪਹਿਲਾਂ ਹੀ ਕਹਾਣੀ ਮੁੱਕ ਜਾਂਦੀ ਹੈ। ਤੇ ਪੁਰਾਣੀਆਂ ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਸੀ। ਲੱਖ ਵਰਿਆਂ ਕੀ ਆਰਜਾ, ਕੋਠੇ ਮੰਡਪ ਕੋੜ ਨ ਸਾਜੇ, ਕਰਨ ਤਪੱਸਿਆ ਬਨ ਵਿਖੇ। ਕਹਿੰਦੇ ਥੋੜਾ ਜਿਹਾ ਸਮਾਂ ਧਰਤੀ ਰਹਿਣਾ ਤੇ ਇਹ ਸਮਾਂ ਕੋਠੇ ਮੰਡਪ ਮਾੜੀਆਂ 'ਚ ਕਿਉਂ ਬਰਬਾਦ ਕਰ ਦਈਏ ਅਸੀਂ। ਇਹਨੂੰ ਬਣਾਉਣ ਵਾਸਤੇ, ਇਹਨੂੰ ਸਵਾਰਨ ਵਾਸਤੇ ਇਹਨਾਂ ਜ਼ਿੰਦਗੀ ਦਾ ਸਮਾਂ ਕਿਉਂ ਬਰਬਾਦ ਕਰ ਦਈਏ। ਲੱਖ ਵਰਿਆਂ ਕੀ ਆਰਜਾ, ਕੋਠੇ ਮੰਡਪ ਕੋੜ ਨਾ ਸਾਜੇ। ਤੇ ਕੀ ਕਰਦੇ ਸੀ? ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਉੱਥੇ ਕੋਈ ਘਾਹ ਫੂਸ ਖਾ ਕੇ, ਕੋਈ ਸਾਗ ਖਾ ਕੇ ਜ਼ਿੰਦਗੀ ਗੁਜ਼ਾਰਨੀ। ਆਖਣਾ ਤਪੱਸਿਆ ਕਰੋ, ਧਰਤੀ ਤੋਂ ਤੁਰ ਜਾਣਾ। ਏਡੇ ਏਡੇ ਮਹਿਲ ਕੀ ਕਰਨੇ ਉਸਾਰ ਕੇ। ਤੇ ਹੁਣ ਤੇ ਬਾਬੇ ਚੰਡੀਗੜ੍ਹ ਦੇ ਮਸ਼ਹੂਰ ਹੁੰਦੇ ਜਿਹਨੇ ਚੰਡੀਗੜ੍ਹ ਕੋਠੀ ਪਾਈ ਹੋਈ ਹੈ। ਉਹ ਪਿੱਛੇ ਜੇ ਮੇਰੇ ਕੋਲ ਇੱਦਾਂ ਦਾ ਕੇਸ ਆ ਗਿਆ ਤੇ ਕੋਈ ਕਹਿੰਦੇ ਬਾਬਾ ਜੀ ਸਾਡੇ ਰਾਤ ਨੂੰ ਬੂਹੇ ਬੜੇ ਖੜਕਦੇ ਆ।
ਮੈਂ ਕੋਈ ਨਹੀਂ, ਚੱਲ ਜਾਂਗੇ, ਵੇਖ ਲਾਂਗੇ ਕਿਹੜੇ ਖੜਕਦੇ ਬੂਹੇ। ਉਹ ਗਏ ਤੋਂ 3 ਜੀ ਹੀ ਘਰ ਦੇ, ਤੇ 10 ਕਮਰੇ ਪਾਏ ਉਹਨਾਂ ਨੇ ਰਹਿਣ ਵਾਸਤੇ। ਮੈਂ ਤੁਸੀਂ ਕਿੱਥੇ ਸੌਂਦੇ ਹੋ ਇਸ ਕਮਰੇ 'ਚ? ਤੇ ਮੈਂ ਬੂਹੇ ਕਿਹੜੇ ਖੜਕਦੇ ਹੋ ਪਰਲਿਆਂ ਕਮਰਿਆਂ ਦੇ? ਮੈਂ ਤੁਸੀਂ ਤਾਂ ਸੌਂ ਗਏ ਇੱਥੇ, ਤੇ ਉਹ ਵਿਹਲੇ, ਉਹ ਭੂਤਾਂ ਨੇ ਆਉਣਾ, ਉੱਥੇ ਕੀ ਕਰਨਾ ਹੁਣ? 3 ਜੀ, ਉਹ 2 ਕਮਰੇ ਮੰਨ ਲਓਗੇ, ਤੇ ਬਾਕੀ 8 ਕਮਰੇ ਭੂਤਾਂ ਵਾਸਤੇ ਹੀ ਆ। ਅੱਗੇ ਸੁਣਦੇ ਹੁੰਦੇ ਵੀ ਮੜੀਆਂ 'ਚ ਭੂਤ ਰਹਿੰਦੇ, ਹੁਣ ਨਹੀਂ ਰਹਿੰਦੇ ਮੜੀਆਂ 'ਚ। ਇਹ ਜਿਹੜੇ ਵੱਡੇ ਵੱਡੇ ਮਹਿਲ ਪਾ ਕੇ ਖਾਲੀ ਛੱਡੇ ਭੂਤ, ਉੱਥੇ ਚਲ ਗਏ ਹੁਣ ਸਾਰੇ। ਕਬੀਰ ਨੇ ਤਾਂ ਸਪਸ਼ਟ ਕਿਹਾ, ਕਬੀਰ ਜੈ ਕਰ ਸਾਧਨਾ ਸੇਵੀਏ, ਹਰ ਕੀ ਪੂਜਾ ਨਾਏ, ਤੇ ਕਰ ਮਰ ਹਠ ਸਾਰ ਕੇ, ਭੂਤ ਵਸੇ ਤਿਨ ਮਾਏ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਹੇਮੇ ਦੀ ਛਪੜੀ ਵਿੱਚ ਰਾਤ ਕੱਟੀ। ਤੇ ਕਿਸੇ ਨੇ ਆਣ ਕੇ ਆਖਿਆ, ਮਹਾਰਾਜ ਇੱਥੇ ਰਾਤ ਕੱਟ ਲਈ ਤੁਸਾਂ? ਐਡੇ ਐਡੇ ਘਰ ਸੀ ਪਿੰਡ ਵਿੱਚ, ਵੱਡੇ ਵੱਡੇ ਮਹਿਲ ਸੀ, ਕਿਸੇ ਚੰਗੇ ਘਰ ਵਿੱਚ ਰਹਿੰਦੇ ਹੋ, ਕੋਈ ਚੰਗਾ ਖਾਣ ਨੂੰ ਮਿਲਦਾ, ਕੋਈ ਚੰਗੇ ਵਸਤਰ ਮਿਲਦੇ, ਸਵੇਰੇ ਕੋਈ ਲੋਈ ਮਿਲਦੀ, ਕੋਈ ਸਰੂਪਾ ਮਿਲਦਾ, ਇੱਥੋਂ ਕੀ ਮਿਲਣਾ? ਇਹ ਤੇ ਵਿਚਾਰਾ ਆਪ ਛਿੱਟੇ ਇਕੱਠੇ ਕਰਕੇ ਤੇ ਦਾਣੇ ਇਕੱਠੇ ਕਰਕੇ ਤੇ ਪੀ ਕੇ ਰੋਟੀ ਖਾਂਦਾ। ਇਹ ਗਰੀਬ ਸਿੱਖ ਕੋ ਤੁਹਾਨੂੰ ਕੀ ਮਿਲਣਾ ਸੀ? ਕਹਿਣ ਲੱਗੇ, ਜੋ ਇੱਥੋਂ ਮਿਲਣਾ ਸੀ ਨਾ, ਉਹ ਕਿਤੇ ਮਿਲਣਾ ਹੀ ਨਹੀਂ ਹੈ। ਤੁਹਾਡੇ ਕੋਲ ਲੋਈਆਂ ਮਿਲ ਜਾਣੀਆਂ ਸੀ, ਸਰੋਪੇ ਮਿਲ ਜਾਣੇ ਸੀ, ਲਿਫਾਫਾ ਮਿਲ ਜਾਣਾ ਸੀ, ਤੇ ਇੱਥੋਂ ਜੋ ਮਿਲਣਾ ਉਹ ਕਿਤੇ ਮਿਲਣਾ ਹੀ ਨਹੀਂ। ਤੇ ਕਿਸੇ ਨੇ ਆਖਿਆ, ਮਾਰੇ ਇੱਥੋਂ ਤੁਹਾਨੂੰ ਕੀ ਮਿਲਿਆ? ਇਹ ਤੇ ਗਰੀਬ ਆ, ਪਹਿਲਾਂ ਛਿੱਟੇ ਚੁਗਦਾ, ਫਿਰ ਉਹਨੂੰ ਕੁੱਟਦਾ, ਕੁੱਟ ਕੇ ਆਟਾ ਪੀ ਕੇ ਰੋਟੀ ਖਾਂਦਾ, ਇੱਥੇ ਹੈ ਹੀ ਕੁਛ ਨਹੀਂ। ਫਿਰ ਉੱਥੇ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ, ਬਸਤਾ ਟੂਟੀ ਝੌਂਪੜੀ। ਜਿਹੜਾ ਕੋਈ ਵਿਅਕਤੀ ਟੁੱਟੀ ਹੋਈ ਛਪੜੀ 'ਚ ਰਹਿੰਦਾ ਹੈ, ਵਾਹ ਵਾਹ, ਬਸਤਾ ਟੂਟੀ ਝੌਂਪੜੀ, ਚੀਰ ਸਭ ਛਿੰਨਾ। ਚੀਰ ਕਹਿੰਦੇ ਨੇ ਕੱਪੜਿਆਂ ਨੂੰ, ਤੇ ਉਹਦਾ ਚੀਰ ਸਭ ਛਿੰਨਾ, ਉਹਦੇ ਕੱਪੜੇ ਸਰੀਰ ਦੇ ਪਾਟੇ ਹੋਣ, ਟੁੱਟੀ ਝੌਂਪੜੀ 'ਚ ਕੋਈ ਰਹਿੰਦਾ ਹੋਵੇ। ਜਾਤ ਨ ਪਾਤ ਨ ਆਦਰ ਉਦਿਆਨ ਪਰਮਿੰਨਾ। ਉਹਦੀ ਕੋਈ ਉੱਚੀ ਜਾਤ ਵੀ ਨਾ ਹੋਵੇ, ਕੋਈ ਇੱਜ਼ਤ ਮਾਣ ਵੀ ਨਾ ਕਰਦਾ ਹੋਵੇ, ਤੇ ਬਾਹਰ ਇਕੱਲਾ ਵਿਚਾਰਾ ਬੈਠਾ ਹੋਵੇ ਝੌਂਪੜੀ ਦੇ ਵਿੱਚ। ਕਿਸ ਸਾਖ ਨਾ ਸਿੰਨਾ, ਮਿੱਤਰ ਨਾ ਇਠ ਤਨ ਰੂਪਹੀਣ। ਕੋਈ ਉਹਦਾ ਰੂਪ ਨਾ ਹੋਵੇ, ਉਹਦੇ ਕੋਈ ਧਨ ਪੱਲੇ ਨਾ ਹੋਵੇ, ਕੱਖ ਨਾ ਉਹਦੇ ਕੋਲ ਹੋਵੇ। ਪਰ ਰਾਜਾ ਸਗਲੀ ਸ੍ਰੇਸ਼ਟ ਕਾ। ਤੁਸੀਂ ਕਹਿੰਦੇ ਹੋ, ਹੇ ਭਾਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਮੈਨੂੰ ਕਹਿੰਦੇ ਹੋ ਇੱਥੋਂ ਝੌਂਪੜੀ 'ਚ ਤੁਹਾਨੂੰ ਕੀ ਮਿਲਿਆ? ਤੇ ਮਾਰ ਕਹਿੰਦੇ, ਅਸੀਂ ਤੇ ਅੱਜ ਰਾਜਿਆਂ ਦੇ ਘਰ ਦਿਹਾੜੀ ਰਾਤ ਕੱਟੀ ਹੈ। ਕਹਿਣ ਲੱਗੇ, ਮਹਾਰਾਜ ਕੌਣ ਰਾਜਾ? ਰਾਜਾ ਸਗਲੀ ਸ੍ਰੇਸ਼ਟ ਕਾ। ਕਿਵੇਂ ਆ? ਜਿਹਦੇ ਕੋ ਖਾਣ ਨੂੰ ਕੱਪੜਾ, ਖਾਣ ਨੂੰ ਆਟਾ ਨਹੀਂ ਹੈ, ਪਾਉਣ ਨੂੰ ਕੱਪੜੇ ਨਹੀਂ ਹੈ, ਰਹਿਣ ਨੂੰ ਵੱਡਾ ਮਹਿਲ ਨਹੀਂ ਗਾ, ਰਾਜਾ ਕਿਵੇਂ ਆ? ਉਹ ਅਸੀਂ ਪੜ੍ਹਦੇ ਆ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਬਾਦਸ਼ਾਹੀ ਬਾਦਸ਼ਾਹ। ਪੜ੍ਹਦੇ ਆ ਪਰ ਮੰਨਦੇ ਨਹੀਂ ਹੈ। ਨਾ 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 ਨਾ। ਰਾਜਾ ਸਗਲੀ ਸ੍ਰੇਸ਼ਟ ਕਾ। ਇਹ ਤੇ ਅਸੀਂ ਅੱਜ ਰਾਜਿਆਂ ਦੇ ਘਰ ਰਾਤ ਕੱਟੀ ਆ। ਕਿਸ ਤਰ੍ਹਾਂ? ਹਰ ਨਾਮ ਮਨ ਪਿੰਨਾ, ਹਰ ਨਾਮ ਮਨ ਪਿੰਨਾ। ਇਹ ਭਾਈ ਹੇਮੇ ਦਾ ਤੇ ਮਨ ਨਾਮ ਵਿੱਚ ਭਿੱਜਿਆ ਪਿਆ ਵਾ। ਇਹ ਤੇ ਰਾਜਾ ਵਾ, ਤੇ ਤੁਸੀਂ ਕਹਿੰਦੇ ਇੱਥੇ ਗਰੀਬ ਦੀ ਛਪੜੀ ਵਿੱਚ ਰਾਤ ਕੱਟ ਲਈ, ਕੀ ਮਿਲਿਆ? ਤੇ ਅਗਲਾ ਮਾਰ ਨੇ ਕਿਹਾ ਸੀ, ਤਿਸ ਕੀ ਧੂੜ ਮਨ ਉਧਰੈ। ਇੱਥੋਂ ਸਾਨੂੰ ਅੱਜ ਜਿਹੜੀ ਗੁਰਸਿੱਖ ਦੀ ਚਰਨ ਧੂੜ ਮਿਲੀ ਆ, ਉਹ ਜਿਹੜਾ ਸ਼ਬਦ ਨਹੀਂ ਆਉਂਦਾ, ਉਹ ਜਿਹੜਾ ਮਹਾਰਾਜ ਦਾ ਸ਼ਲੋਕ 12 ਦੇ ਸਤਿਗੁਰ ਪੁਰਖ ਹਰ ਧਿਆਨ ਦਾ, ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ। ਅਖੀਰ ਤੇ ਉੱਥੇ ਜਾ ਕੇ ਮਹਾਰਾਜ ਬਚਨ ਆਉਂਦਾ ਵੀ
ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਏ। ਕਿਹਾ ਨਹੀਂ, ਗੁਰੂ ਅਰਜਨ ਦੇਵ ਨੇ ਗੁਰਸਿੱਖਾਂ ਦੀ ਚਰਨ ਧੂੜ ਲਈ ਹੈ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਏ। ਉਹ ਫਿਰ ਮਾਰ ਕਹਿੰਦੇ ਤਿਸ ਕੀ ਧੂੜ ਮਨ ਉਧਰੈ। ਤੁਸੀਂ ਕਹਿੰਦੇ ਭਾਈ ਹੇਮੇ ਕੋ ਤੁਹਾਨੂੰ ਕੀ ਮਿਲਿਆ? ਕਹਿਣਗੇ ਇੱਕ ਤੇ ਗੁਣ ਗਾਵਤ ਰਹਿਣ ਬਿਹਾਣੀ। ਅਮੀਰਾਂ ਕੋ ਕੀ ਹੁੰਦਾ? ਦੁੱਖ, ਚਿੰਤਾ, ਨੀਂਦ ਨਹੀਂ ਆਉਣੀ, ਫਿਕਰ, ਝੋਰੇ ਫੜ ਲਓ ਤੇ ਗਰੀਬ ਤੇ ਮਜ਼ੇ ਨਾਲ ਰਾਤ ਨੂੰ ਸੌਂ ਜਾਂਦਾ। ਅਮੀਰਾਂ ਦੀ ਤੇ ਹੁਣ ਨੀਂਦ ਵੀ ਖਤਮ ਹੋ ਗਈ ਹੈ, ਪਰੇਸ਼ਾਨੀਆਂ ਵੱਧ ਗਈਆਂ ਨੇ, ਖਤਮ। ਗਰੀਬ ਤੇ ਸੌਂ ਲੈਂਦਾ ਰਾਤ ਨੂੰ, ਰਾਤ ਕੱਟ ਲੈਂਦਾ ਬੜੇ ਮਜ਼ੇ ਨਾਲ। ਜਿਹੜਾ ਵਿਅਕਤੀ ਨਸ਼ਾ ਕਰਕੇ ਸੌਵੇਂ, ਸਮਝ ਲਓ ਉਹਦਾ ਅੰਦਰ ਵਿਗੜ ਚੁੱਕਾ ਹੈ। ਹੁਣ ਨਸ਼ੇ ਤੋਂ ਬਿਨਾਂ ਉਹ ਸੌਂ ਨਹੀਂ ਸਕਦਾ। ਤੇ ਜਿਹੜਾ ਨਸ਼ੇ ਤੋਂ ਬਿਨਾਂ ਸੌਂ ਨਹੀਂ ਸਕਦਾ, ਉਹਦੀਆਂ 3-3 ਮੰਜ਼ਲਾਂ ਬਿਲਡਿੰਗਾਂ ਕਿਸ ਅਰਥ ਨੇ? ਅੱਗੇ ਕੋਈ ਗਿਆਨੀ ਕਥਾ ਕਰ ਰਿਹਾ ਸੀ, ਮਹਿਲ ਬੜੀਆਂ ਵਧੀਆ, ਬੜੇ ਵੱਡੇ ਨੇ, ਵਧੀਆ ਨੇ, ਬੈੱਡ ਬੜੇ ਵਧੀਆ ਨੇ, ਉੱਤੇ ਪਏ ਨੇ, ਨੀਂਦ ਕਿਸੇ ਨੂੰ ਆਉਣ ਹੀ ਨਹੀਂ ਦਈ। ਤੇ ਕਿਸ ਅਰਥ ਸਾਡੇ ਬੈੱਡ ਸੌਣ ਵਾਸਤੇ? ਜੇ ਨੀਂਦ ਨਹੀਂ ਆਉਣੀ ਤਾਂ ਉਹ ਕਿਸ ਅਰਥ ਵੱਲ? ਉਹ ਫਿਰ ਵਿਖਾਉਣ ਵਾਸਤੇ ਤਾਂ ਹੋ ਸਕਦੇ ਆ। ਲੋਕੀ ਤਾਂ ਕਹਿਣਗੇ ਬੜਾ ਵਧੀਆ ਬੈੱਡ ਬਣਾਇਆ। ਇਹਨੂੰ ਪੁੱਛੋ ਨੀਂਦ ਤੇ ਨਸ਼ੇ ਤੋਂ ਬਿਨਾਂ ਇਹਨੂੰ ਤੇ ਆਉਂਦੀ ਨਹੀਂ ਪਿਆ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਇੱਥੇ ਤੇ ਅਸੀਂ ਰਾਤ ਭਾਈ ਹੇਮੇ ਦੇ ਨਾਲ ਰਲ ਕੇ ਰੱਬੀ ਯਾਦ ਵਿੱਚ ਜੁੜੇ ਬੈਠੇ ਆ। ਗੁਣ ਗਾਵਤ ਰਹਿਣ ਬਿਹਾਣੀ, ਵਾਹ ਵਾਹ। ਤੇ ਖੀਰ ਸਮਾਨ ਸਾਗ ਮੈਂ ਪਾਇਆ। ਅਮੀਰਾਂ ਘਰਾਂ ਵਿੱਚੋਂ ਖੀਰਾਂ ਮਿਲਣੀਆਂ ਸੀ, ਇੱਥੋਂ ਸਾਗ ਮਿਲ ਗਿਆ ਸਾਨੂੰ, ਕਿਹੜੀ ਬਾਤ ਹੈ? ਤੇ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਜੋ ਇੱਥੋਂ ਸਾਨੂੰ ਮਿਲਿਆ ਨਾ ਉਹ ਹੋਰ ਕਿਤੋਂ ਨਹੀਂ ਮਿਲਣਾ। ਕਿਸੇ ਨੇ ਕਿਹਾ ਮਹਾਰਾਜ ਕੀ ਮਿਲਿਆ ਤੁਹਾਨੂੰ ਭਾਈ ਹੇਮੇ ਕੋਲੋਂ? ਤੇ ਮਹਾਰਾਜ ਕਹਿੰਦੇ ਇਹ ਗੁਰਸਿੱਖਾਂ ਦੀ ਚਰਨ ਧੂੜ ਤੇ ਰਾਤ ਰੱਬੀ ਯਾਦ ਵਿੱਚ ਕੀਰਤਨ ਕਰਦੇ ਰਹੇ ਆ ਭਾਈ ਹੇਮੇ ਨਾਲ ਰਲ ਕੇ। ਵਾਹ 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 ਵਾਹ। ਉਹ ਇੱਕ ਬਚਨ ਆਉਂਦਾ ਗੁਰੂ ਅਰਜਨ ਦੇਵ ਦਾ, ਸੇ ਸੰਜੋਗ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ ਮੇਰੇ ਪਿਆਰੇ। ਐ ਪਰਮੇਸ਼ਰ ਇਹੋ ਜਿਹਾ ਸੰਜੋਗ ਕੋਈ ਸੰਗੀ ਸਾਥੀ ਮਿਲਾ ਦਿਓ, ਜਿਤ ਰਸਣਾ ਹਰ ਨਾਮ ਉੱਚਾ, ਜਿਹਦੇ ਨਾਲ ਮਿਲ ਕੇ ਅਸੀਂ ਰੱਬੀ ਗੀਤ ਗਾਈਏ। ਕੋਈ ਇਹੋ ਜਿਹਾ ਸੰਗੀ, ਕੋਈ ਪ੍ਰੇਮੀ ਦੇ ਦਿਓ। ਤੇ ਉਹ ਸਾਨੂੰ ਭਾਈ ਹੇਮਾ ਮਿਲ ਗਿਆ। ਠੀਕ ਆ, ਗਰੀਬ ਆ, ਝੌਂਪੜੀ 'ਚ ਰਹਿੰਦਾ। ਉਹ ਫਿਰ ਭਾਈ ਹੇਮੇ ਨੂੰ ਨਵਾਜ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਥੋਂ ਤੁਰ ਜਾਂਦੇ ਨੇ ਰਾਤ ਕੱਟ ਕੇ। ਉੱਥੋਂ ਫਿਰ ਅੱਗੇ ਅਗਲੇ ਪਾਸੇ ਤੁਰੇ ਜਾਂਦੇ ਨੇ ਤੇ ਪਿੰਡ ਆ ਗਿਆ ਭੈਣੀ। ਉੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਿਵਾਸ ਕਰਦੇ ਨੇ। ਤੇ ਉੱਥੇ ਸਤਸੰਗ ਚੱਲ ਪਿਆ, ਸ਼ੁਰੂ ਹੋ ਗਿਆ। ਤੇ ਪਿੰਡ ਵਿੱਚ ਇੱਕ ਮਾਈ ਸੀ ਤੇ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰੋਜ਼ ਮੱਖਣ ਵਿੱਚ ਚੂਰੀ ਕੁੱਟ ਕੇ ਲਿਆਵੇ। ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਖਾਣ ਵਾਸਤੇ ਦੇਵੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹ ਚੂਰੀ ਖਾਧੀ। ਤੇ ਫੇਰ ਪੁੱਛਣ ਲੱਗੇ ਸੱਚੇ ਪਾਤਸ਼ਾਹ ਭਾਈ ਇਹ ਪਿੰਡ ਦਾ ਨਾਂ ਕੀ ਆ? ਕਿਸ ਨੇ ਆਖਿਆ ਮਹਾਰਾਜ ਪਿੰਡ ਦਾ ਨਾਂ ਭੈਣੀ ਆ। ਮਰ ਕਹਿੰਦੇ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਂ ਭੈਣੀ ਨਹੀਂ, ਹੁਣ ਇਹਦਾ ਨਾਂ ਚੋਲਾ ਸਾਹਿਬ ਰੱਖ ਦਿਓ। ਚੋਲਾ ਮੈਨੇ ਭੋਜਨ, ਹਰ ਨਾਮ ਭੋਜਨ, ਹਰ ਕੀਰਤਨ ਨਾਨਕ ਚੋਲਾ, ਚੋਲਾ ਮੈਨੇ ਭੋਜਨ ਪਦਾਰਥ। ਕਹਿਣ ਲੱਗੇ ਸਾਨੂੰ ਇਸ ਪਿੰਡ ਦੇ ਵਿੱਚੋਂ ਬਹੁਤ ਖਾਣ ਵਾਸਤੇ ਸਵਾਦਲਾ ਭੋਜਨ ਮਿਲਿਆ, ਚੋਲਾ ਮਿਲਿਆ, ਤੇ ਇਹ ਪਿੰਡ ਦਾ ਨਾਂ ਹੁਣ ਚੋਲਾ ਸਾਹਿਬ ਰੱਖੋ। ਉਸ ਪਿੰਡ ਦੇ ਵਿੱਚ 2 ਗੁਰਦੁਆਰੇ, ਇੱਕ ਚਬੱਚਾ ਸਾਹਿਬ ਤੇ ਇੱਕ ਮਾਤਾ ਗੰਗਾ ਜੀ ਦਾ।
ਇਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਿਰ ਇੱਥੋਂ ਗਾਂ ਦਰਿਆ ਲੰਘ ਕੇ ਡੱਲੇ ਪਿੰਡ 'ਚ ਬਹਿ ਜਾਂਦੇ ਜਾ ਕੇ। ਇਹ ਮੈਂ ਕਹਿ ਰਿਹਾ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੋਈ ਬਹੁਤਾ ਲੰਮਾ ਚੌੜਾ ਪ੍ਰਚਾਰ ਨਹੀਂ ਕੀਤਾ, ਸਿਰਫ ਮਾਝਾ ਤੇ ਮਾਲਵਾ, ਦੁਆਬੇ ਵਾਲੇ ਪਾਸੇ ਸੱਚੇ ਪਾਤਸ਼ਾਹ ਨਹੀਂ ਗਏ। ਤੇ ਜਾਂ ਫਿਰ ਇੱਕ ਵਾਰੀ ਐਸਾ ਮੌਕਾ ਆ ਗਿਆ ਵੀ ਜਿੱਦਾਂ ਹੁਣ ਕਰੋਨਾ ਫੈਲ ਗਿਆ ਤੇ ਲੋਕੀ ਮਰਦੇ ਆ, ਤੇ ਉਦੋਂ ਪਲੇਗ ਪੈ ਗਈ ਤੇ ਹਾਹਾਕਾਰ ਮਚ ਗਈ। ਹੁਣ ਤੇ ਚਲੋ ਇੰਨੇ ਵੱਡੇ ਵੱਡੇ ਪ੍ਰਬੰਧ ਨੇ, ਸਿਸਟਮ ਨੇ, ਤੇ ਫਿਰ ਵੀ ਦੁਨੀਆ ਕੰਬਦੀ ਫਿਰਦੀ। ਤੇ ਜਦੋਂ ਕੋਈ ਸਿਸਟਮ ਨਹੀਂ ਸੀ, ਕੋਈ ਡਾਕਟਰ ਨਾਂ ਦੀ, ਕੋਈ ਚੈੱਕਅਪ ਨਾਂ ਦੀ ਕੋਈ ਚੀਜ਼ ਨਹੀਂ ਸੀ, ਕੋਈ ਸਰਕਾਰਾਂ ਨਹੀਂ ਸੀ ਕਿਸੇ ਦਾ ਖਿਆਲ ਕਰਦੀਆਂ, ਤੇ ਉਦੋਂ ਜਦੋਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਤੇ ਕੀ ਹਾਲਤ ਹੁੰਦੀ ਹੋਊਗੀ। ਉਦੋਂ ਫਿਰ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸੀ ਤੇ ਕੋਈ ਮਰ ਜਾਂਦੇ ਲੋਕੀ, ਕੋਈ ਸੰਸਕਾਰ ਨਹੀਂ ਕਰਦਾ ਹੁੰਦਾ। ਗੱਡਿਆਂ ਦੇ ਲੱਦ ਕੇ ਲੋਕਾਂ ਨੂੰ ਬਾਹਰ ਟੋਇਆਂ 'ਚ ਨੱਪ ਕੇ ਆਉਣਾ, ਤੇ ਜਿਹੜਾ ਨੱਪਣ ਜਾਂਦਾ ਉਹ ਵੀ ਕਰੀ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਸੀ। ਤੇ ਇਸ ਕਰਕੇ ਬੜੀ ਮਾੜੀ ਹਾਲਤ ਹੁੰਦੀ ਸੀ। ਇੱਦਾਂ ਪਲੇਗ ਪੈ ਗਈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਬੈਠੇ ਹੋਏ ਨੇ ਤੇ ਹਾਹਾਕਾਰ ਮੱਚ ਗਈ। ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਥੋਂ ਨਾਲ ਸਿੱਖਾਂ ਸੇਵਕਾਂ ਨੂੰ ਲੈ ਕੇ ਤੇ ਐ ਨੂੰ ਤੁਰ ਆਉਂਦੇ ਨੇ ਬਟਾਲੇ ਵੱਲ ਨੂੰ। ਤੇ ਬਟਾਲੇ ਲਾਗੇ ਫਿਰ ਇੱਕ ਹੋਠੀਆਂ ਪਿੰਡ, ਉੱਥੇ ਧੰਨ ਗੁਰੂ ਅਰਜਨ ਦੇਵ ਆਪਣਾ ਨਿਵਾਸ ਕਰਦੇ ਨੇ ਤੇ ਇਲਾਕੇ 'ਚ ਪ੍ਰਚਾਰ ਵੀ ਕਰਦੇ ਨੇ ਤੇ ਇਲਾਕੇ ਵਿੱਚ ਲੋਕਾਂ ਦੀਨ ਦੁਖੀਆਂ ਦਾ ਦਰਦ ਵੀ ਦੂਰ ਕਰਦੇ ਨੇ। ਤੇ ਉਸ ਪਿੰਡ ਦੇ ਵਿੱਚ ਹੋਠੀਆਂ ਪਿੰਡ ਦੇ ਬਾਹਰ ਧੰਨ ਗੁਰੂ ਅਰਜਨ ਦੇਵ ਨੇ ਖੂਹ ਲਵਾਇਆ। ਵੇਖੋ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਿਨੇ ਰਾਤ ਲੱਗੇ ਹੋਏ ਨੇ, ਕਦੀ ਕਲਮ ਫੜ ਲੈਂਦੇ ਨੇ, ਕਦੀ ਸਰੰਦਾ ਫੜ ਲੈਂਦੇ ਨੇ, ਕਦੀ ਇੱਟਾਂ ਵਾਲੇ ਪੱਥਰ ਵਾਲੇ ਪਾਸੇ ਤੁਰ ਜਾਂਦੇ ਨੇ, ਕਦੀ ਬੌਲੀਆਂ ਬਣਾਉਂਦੇ ਨੇ, ਕਦੀ ਸਰੋਵਰ ਬਣਾਉਂਦੇ ਨੇ, ਕਦੀ ਹਰਮੰਦਰ ਸਾਹਿਬ ਬਣਾਉਂਦੇ ਨੇ, ਕਦੀ ਪ੍ਰਚਾਰ ਕਰਦੇ, ਦਿਨੇ ਰਾਤ ਲੱਗੇ ਹੋਏ ਨੇ। ਇਹੀ ਕਾਰਨ ਸੀ ਕਿ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੱਡਿਆਂ ਨੂੰ ਸਿੱਖ ਬਣਾਈ ਜਾਂਦੇ ਨੇ, ਪੀਰ ਫਕੀਰ ਵੀ ਇਹਦੀ ਸ਼ਰਨ ਆਈ ਜਾਂਦੇ ਨੇ, ਹਿੰਦੂ ਵੀ ਆਈ ਜਾਂਦੇ ਨੇ, ਫਿਰ ਉਹਨੇ ਆਰਡਰ ਦਿੱਤਾ ਸੀ। ਮੈਂ ਕਹਿ ਰਿਹਾ ਚੰਦੂ ਦਾ ਇੰਨਾ ਕੋਈ ਹੱਥ ਨਹੀਂ ਆ ਜਿੰਨਾ ਪ੍ਰਿਥਵੀ ਦਾ ਹੱਥ ਆ, ਤੇ ਜਾਂ ਫਿਰ ਜਹਾਂਗੀਰ ਦਾ ਹੱਥ ਵਾ, ਤੇ ਜਾਂ ਉਸ ਸਮੇਂ ਕੱਟੜਵਾਦੀਆਂ ਦਾ ਸਾਥ ਸੀ। ਪਰ ਉਹ ਜਾਂ ਉਹਦੀ ਬੜੀ ਲੰਮੀ ਸਾਖੀ ਬਣਾ ਕੇ ਚੰਦੂ ਦੀ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਆ। ਉਹਦੀ ਕੁੜੀ ਦਾ ਰਿਸ਼ਤਾ ਜੀ, ਉਹ ਫਲਾਨ ਜੀ, ਢੀਂਗ ਜੀ, ਇਹ ਅਨਹੋਣੀਆਂ ਜੀਆਂ ਗੱਲਾਂ ਵਾੜ ਦਿੱਤੀਆਂ ਸਿੱਖ ਇਤਿਹਾਸ ਵਿੱਚ। ਉਹ ਫਿਰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਪਿੰਡ ਵਿੱਚ ਆਉਂਦੇ ਨੇ ਤੇ ਇੱਥੇ ਵੀ ਲੋਕੀ ਕਹਿੰਦੇ ਮਹਾਰਾਜ ਜੀ ਇੱਥੇ ਬਿਮਾਰੀਆਂ ਬੜੀਆਂ ਨੇ, ਬੱਚੇ ਸੋਕੜੇ ਨਾਲ ਸੁੱਕ ਜਾਂਦੇ ਨੇ। ਫਿਰ ਇੱਥੇ ਧੰਨ ਗੁਰੂ ਅਰਜਨ ਦੇਵ ਨੇ ਇੱਕ ਖੂਹ ਲਵਾਇਆ, 8 ਨੁੱਕਰਾ ਖੂਹ, ਤੇ ਕਹਿਣ ਲੱਗੇ ਜਿਹੜਾ ਇੱਥੇ ਇਸ਼ਨਾਨ ਕਰੂਗਾ ਉਹਦਾ ਇਹ ਰੋਗ ਦੂਰ ਹੋ ਜਾ ਕਰਨਗੇ। ਇੱਥੋਂ ਫਿਰ ਗਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਰੇ ਜਾਂਦੇ ਨੇ ਤੇ ਧਾਰੀਵਾਲ ਪਿੰਡ ਦੇ ਬਾਹਰ ਬੈਠੇ ਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਤੇ ਇੱਕ ਕੋਹੜੀ ਆ ਗਿਆ, ਉਦੋਂ ਮੇਨ ਰੋਗ ਕੋਹੜ ਸੀ। ਉਧਰ ਮੈਂ ਕਹਿਣਾ ਜੋ ਪੱਕਾ ਰੋਗੀ ਵਿਲ ਲਾਏ, ਬਾਕੀ ਰੋਗਾਂ ਦਾ ਇਲਾਜ ਹੁੰਦਾ ਸੀ ਪਰ ਕੋਹੜ ਦਾ ਇਲਾਜ ਨਹੀਂ ਸੀ, ਨੂੰ ਪੱਕਾ ਰੋਗ ਮੰਨਿਆ ਜਾਂਦਾ ਸੀ। ਪੱਕਾ ਮਤਲਬ ਜਿਹੜਾ ਕਿ ਲੱਗ ਗਿਆ ਮੁੜ ਕੇ ਲੱਥਣਾ ਨਹੀਂ ਹੈ। ਕੋਹੜੀ ਆ ਗਿਆ ਮਹਾਰਾਜ ਦੀ ਸ਼ਰਨ, ਕਹਿਣ ਲੱਗਾ ਸੱਚੇ ਪਾਤਸ਼ਾਹ ਘਰਦਿਆਂ ਵੀ ਕੱਢ ਦਿੱਤਾ ਤੇ ਬੜੀ ਮਾੜੀ ਹਾਲਤ ਆ, ਤੇ ਕਿਰਪਾ ਕਰੋ ਮਹਾਰਾਜ ਮੇਰਾ ਦੁੱਖ ਦਰਦ ਦੂਰ ਕਰੋ। ਉਹ ਜਿਹੜਾ ਬਚਨ ਆਉਂਦਾ ਸੀ ਵੀ ਤਿੰਨ ਕੇ ਦੁੱਖ ਕੋਟਕ ਦੂਰ ਗਏ, ਮਥਰਾ ਜਿਨ ਅੰਮ੍ਰਿਤ ਨਾਮ ਪੀਓ। ਜਦੋਂ ਧੰਨ ਗੁਰੂ ਅਰਜਨ ਦੇਵ ਆਸਾ ਦੀ ਵਾਰ ਕਿਤੇ ਲਾਉਂਦੇ ਹੋਣਗੇ ਤੇ ਜਿਹੜੀਆਂ ਸਿੱਖ ਸੰਗਤਾਂ ਬੈਠ ਕੇ ਆਸਾ ਦੀ ਵਾਰ ਸੁਣਦੀਆਂ ਹੋਣਗੀਆਂ, ਅੰਮ੍ਰਿਤ ਰਸ ਪੀਂਦੀਆਂ ਹੋਣਗੀਆਂ, ਉਹਨਾਂ ਦੇ ਕਿਤੇ ਦੁੱਖ ਰਹਿ ਜਾਂਦੇ ਹੋਣਗੇ। ਜਗ ਔਰ ਨਾ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਣ ਕੀਓ, ਤਿਨ ਕੇ ਦੁੱਖ ਕੋਟਕ ਦੂਰ ਗਏ, ਮਥਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੂਕੇ ਰੇ ਮਨ, ਭੇਦ ਵਿਭੇਦ ਨ ਜਾਣ ਬਿਓ, ਪ੍ਰਤਾਸ਼ਰ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਕੋਹੜ ਹੋ ਗਿਆ ਤੇ ਮੇਰੇ ਤੇ ਕਿਰਪਾ ਕਰੋ। ਤੇ ਮਹਾਰਾਜ ਨੇ ਹੁਣ ਕੋਈ ਤਰੀਕਾ ਤੇ ਤਾਂ ਦੱਸਿਆ ਵੀ ਕੋਈ ਤਰੀਕਾ ਹੁੰਦਾ ਕਿਸੇ ਨੂੰ ਸਮਝਾਉਣ ਦਾ। ਕਹਿਣ ਲੱਗੇ ਤੂੰ ਇੱਥੇ ਇੱਕ ਟੋਆ ਪੁੱਟ ਦੇ ਤੇ ਇੱਥੋਂ ਪੁੱਟ ਕੇ ਨਾ ਮਿੱਟੀ ਤੇ ਇੱਧਰ ਸੁੱਟੀ ਜਾ। ਇਹ ਗੁਰੂ ਦੀ ਮਰਜ਼ਾਦਾ, ਉਹ ਪੁੱਟਣ ਤੇ ਲਾ ਦੇ ਜਾਂ ਕਿਸੇ ਨੂੰ ਗੱਡਣ ਤੇ ਲਾ ਦੇ। ਉਹ ਕਹਦੇ ਵੀ ਆਹ ਰੁੱਖ ਪੁੱਟ ਦੇ ਤੇ ਤੇਰਾ ਦੁੱਖ ਦੂਰ ਹੋ ਜੂਗਾ। ਜੇ ਕਿਸੇ ਨੂੰ ਕਹਦੇ ਵੀ ਇੱਥੇ ਰੁੱਖ ਲਾ ਦੇ ਤੂੰ ਤੇ ਤੇਰੇ ਦੁੱਖ ਦੂਰ ਹੋ ਜਾਣਗੇ, ਉਹ ਉਸ ਤਰ੍ਹਾਂ ਹੀ ਹੋਣਾ।
ਇਹ ਗੁਰੂ ਦੀ ਆਪਣੀ ਕੋਈ ਲੀਲਾ। ਉਹ ਕੋੜੀ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੋਂ ਮਿੱਟੀ ਪੁੱਟ ਪੁੱਟ ਕੇ ਇੱਥੇ ਢੇਰ ਲਾ ਦੇ। ਇੰਨੀ ਬਚਨ ਕਹਿ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਗੇ ਨੂੰ ਤੁਰ ਜਾਂਦੇ ਨੇ ਤੇ ਅੱਗੇ ਦੀਨ ਦੁਖੀਆਂ ਦਾ ਸਾਰ ਲੈਂਦੇ ਧੰਨ ਗੁਰੂ ਸੱਚੇ ਪਾਤਸ਼ਾਹ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਪਹੁੰਚ ਜਾਂਦੇ ਨੇ ਬਾਠ ਸਾਹਿਬ। ਤੇ ਉੱਥੇ ਸੱਚੇ ਪਾਤਸ਼ਾਹ ਦੇ ਨਾਲ ਬਾਬਾ ਸ਼੍ਰੀ ਚੰਦ ਦੀ ਵਿਚਾਰ ਗੋਸ਼ਟ ਹੁੰਦੀ ਹੈ। ਬਾਬਾ ਜੀ ਬੜਾ ਸਤਿਕਾਰ ਕਰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੜਾ ਸਤਿਕਾਰ ਕਰਦੇ ਨੇ ਕਿਉਂਕਿ ਮਹਾਂਪੁਰਖਾਂ ਅੰਦਰ ਈਰਖਾ ਨਹੀਂ ਹੁੰਦੀ। ਅਸੀਂ ਤਾਂ ਈਰਖਾ ਨਾ ਭਰੇ ਹਾਂ। ਕੋਈ ਮਹਾਂਪੁਰਖਾਂ ਨਹੀਂ ਮਾਰਨ ਬਚਨ ਗਿਆ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹੜਾ ਈਰਖਾ ਨਾਲ ਬੰਦਾ ਭਰਿਆ ਉਹ ਜੋ ਮਰਜ਼ੀ ਕਰੀ ਲੈ ਉਹਦਾ ਭਲਾ ਨਹੀਂ ਹੋਣਾ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਵਾਪਸ ਆਉਂਦੇ ਨੇ ਥੋੜੇ ਸਮੇਂ ਬਾਅਦ ਤੇ ਉਸ ਬੰਦੇ ਜਿਹੜਾ ਕੋੜੀ ਸੀ ਉਹਨੇ ਟੋਆ ਬਹੁਤ ਵੱਡਾ ਡੂੰਘਾ ਟੋਆ ਪੁੱਟ ਦਿੱਤਾ ਤੇ ਇੱਕ ਬਹੁਤ ਵੱਡਾ ਬੁਰਜ ਮਿੱਟੀ ਦਾ ਬਣਾਤਾ ਕਿਉਂਕਿ ਮਹਾਰਾਜ ਆਰਡਰ ਦੇ ਕੇ ਇੱਥੇ ਸੁੱਟਣੀ ਆ ਮਿੱਟੀ। ਉਹ ਉੱਥੇ ਸੁੱਟੀ ਗਿਆ ਵੱਡਾ ਉੱਚਾ ਬੁਰਜ ਬਣ ਗਿਆ ਤੇ ਉਧਰ ਬੁਰਜ ਬਣ ਗਿਆ, ਉਧਰੋਂ ਟੋਆ ਪੁੱਟਿਆ ਗਿਆ, ਉਧਰੋਂ ਧੰਨ ਗੁਰੂ ਅਰਜਨ ਦੇਵ ਜੀ ਆ ਗਏ ਤੇ ਉਹ ਨੇਚਰ ਨੂੰ ਠੀਕ ਵੀ ਹੋ ਚੁੱਕਾ ਸੀ। ਹੁਣ ਕਈ ਕਹਿੰਦੇ ਸਾਇੰਸ ਦਾ ਯੁੱਗ ਆ ਜੀ, ਸਰੋਵਰਾਂ 'ਚ ਕੁਝ ਨਹੀਂ ਜੀ। ਨਹੀਂ, ਸਰੋਵਰਾਂ 'ਚ ਕੁਝ ਨਹੀਂ ਆ, ਇਹ ਠੀਕ ਆ, ਪਰ ਗੁਰੂ ਦੇ ਬਚਨਾਂ ਵਿੱਚ ਕੁਝ ਸਭ ਕੁਝ ਹੀ ਆ। ਉਹ ਫਿਰ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਨਹੀਂ ਬਹੁਤ ਵੱਡਾ ਬੁਰਜ ਲਾਤਾ ਮਿੱਟੀ ਪੁੱਟ ਕੇ ਇੱਧਰ ਟੋਆ ਪੁੱਟ ਦਿੱਤਾ। ਉਹ ਟੋਵੇ ਨੂੰ ਸਰੋਵਰ ਬਣਾ ਦਿੱਤਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇਹ ਮਹਾਰਾਜ ਜਿੱਥੇ ਜਾਂਦੇ ਨੇ ਸਰੋਵਰ ਜ਼ਰੂਰ ਬਣਾਉਂਦੇ ਨੇ। ਵੇਖੋ ਤੁਸੀਂ ਅੰਮ੍ਰਿਤਸਰ ਦੇ ਲਾਗੇ ਹੀ ਇੱਕ ਸਰੋਵਰ ਆ ਕੌਲਸਰ ਤੇ ਹਰਿਮੰਦਰ ਸਾਹਿਬ ਦੇ ਲਾਗੇ ਹੀ ਇੱਕ ਸਰੋਵਰ ਆ ਸੰਤੋਖਸਰ। ਇੱਕ ਜਿੱਥੇ ਧੰਨ ਗੁਰੂ ਅਰਜਨ ਦੇਵ ਬੈਠ ਕੇ ਜਦੋਂ ਬਾਣੀ ਲਿਖਣ ਲੱਗੇ ਨਾ ਬੇਰੀ ਥੱਲੇ ਬੈਠੇ ਨੇ ਕਿਉਂਕਿ ਇੱਧਰ ਸਿੱਖ ਸੰਗਤਾਂ ਦੇ ਦੂਰ ਜਾ ਕੇ ਕਿਉਂਕਿ ਇਹੋ ਜਿਹੀ ਜਿਹੜੀ ਰਚਨਾ ਹੁੰਦੀ ਆ ਜਿੱਦਾਂ ਕਵੀਆਂ ਨੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਕਵੀਆਂ ਨੂੰ ਵੀ ਰਚਨਾ ਕਰੋ, ਤੁਸੀਂ ਕਵਿਤਾ ਲਿਖੋ। ਕਹਿਣ ਲੱਗੇ ਮਹਾਰਾਜ ਇੱਥੇ ਰੌਲਾ ਬੜਾ ਪੈਂਦਾ ਜਮਨਾ ਦਾ ਤੇ ਕਵਿਤਾ ਰੌਲੇ 'ਚ ਥੋੜਾ ਕੋਈ ਨਿਕਲਦੀ ਆ। ਇਹ ਜਿਹੜੀ ਰੱਬੀ ਬਾਣੀ ਆ ਕੋਈ ਰੱਬੀ ਕਲਾਮ ਆ ਕਵਿਤਾ ਵਾ ਇਹ ਰੌਲੇ 'ਚ ਬੈਠਿਆ ਨਹੀਂ ਨਿਕਲਦੀਆਂ। ਇਹ ਬੰਦਾ ਜਦੋਂ ਇਕਾਂਤ ਵਿੱਚ ਹੁੰਦਾ ਫਿਰ ਉਦੋਂ ਅੰਦਰੋਂ ਇਹ ਪੈਦਾ ਹੁੰਦੀਆਂ ਚੀਜ਼ਾਂ। ਉਹ ਕਵੀ ਕਹਿਣ ਲੱਗੇ ਮਹਾਰਾਜ ਜਮਨਾ ਰੌਲਾ ਬੜਾ ਪਾਉਂਦੀ ਤੇ ਕਵਿਤਾ ਕਿਵੇਂ ਲਿਖੀਏ। ਛਾਂ ਦਿਨੇ ਰਾਤ ਵੀ ਨਹੀਂ ਸੌਣ ਨਹੀਂ। ਕੋਈ ਜਮਨਾ ਦੇ ਕੰਢੇ 'ਚ ਡੇਰਾ ਸੀ ਮਹਾਰਾਜ ਦਾ ਉੱਥੇ ਪੌਂਟਾ ਸਾਹਿਬ। ਫਿਰ ਮਹਾਰਾਜ ਨੇ ਆਖਿਆ ਵੀ ਇਹ ਹੁਣ ਇੱਥੋਂ ਰੌਲੀ ਨਹੀਂ ਪਾਇਆ ਕਰੂਗੀ, ਸ਼ਾਂਤ ਹੋ ਕੇ ਲੰਘੂਗੀ। ਤੇ 300 ਸਾਲ ਤੋਂ ਬਾਅਦ ਸਮਾਂ ਹੋ ਗਿਆ ਮਹਾਰਾਜ ਬਚਨ ਕੀਤਾ ਅਜੇ ਵੀ ਜਮਨਾ ਪਿੱਛੇ ਜਾ ਕੇ ਵੇਖੋ ਰੌਲੀ ਪਾਉਂਦੀ ਆ ਕਿਉਂਕਿ ਪਾਣੀ ਪੱਥਰਾਂ ਨੂੰ ਵੱਜਦਾ। ਪਿੱਛੇ ਰੌਲੀ ਪਾਉਂਦੀ ਆ ਅੱਗੇ ਜਾ ਕੇ ਫੇਰ ਰੌਲੀ ਪਾਉਂਦੀ ਆ ਪੱਥਰਾਂ ਦਾ ਪਾਣੀ ਵੱਜਦਾ। ਪਰ ਪੌਂਟਾ ਸਾਹਿਬ ਗੁਰਦੁਆਰੇ ਲਾਗੋਂ ਦੀ ਸ਼ਾਂਤ ਹੋ ਕੇ ਲੰਘਦੀ ਆ। ਜਿਹੜੇ ਮੂਰਖ ਲੋਕ ਬੰਦੇ ਅੱਜ ਬਕਵਾਸ ਪਏ ਕਰਦੇ ਨੇ ਵੀ ਕਰਾਮਾਤ ਨਹੀਂ ਹੁੰਦੀ ਤੇ ਬੇਕੂਫੋ ਏਡੋ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਆ। ਅੱਜ ਮੈਨੂੰ ਕਹਿ ਰਿਹਾ ਬਾਬਾ ਜੀ ਇਹ ਕੀ ਹੋ ਰਿਹਾ। ਮੈਂ ਕਿਹਾ ਪਹਿਲੋਂ ਵੀ ਹੁੰਦਾ ਰਿਹਾ। ਮੈਂ ਕਿਹਾ ਇਸ ਵਿਅਕਤੀ ਦੀ ਅਕਲ ਪੁੱਠੀ ਹੋ ਗਈ ਆ ਤੇ ਪ੍ਰਿਥੀ ਚੰਦ ਦੀ ਵੀ ਹੋ ਗਈ ਸੀ, ਇਹ ਰਾਮ ਰਾਏ ਦੀ ਵੀ ਹੋ ਗਈ ਸੀ, ਇਹ ਧੀਰਮਲ ਦੀ ਵੀ ਹੋ ਗਈ ਸੀ। ਇਹ ਅਕਲਾਂ ਮਾਇਆ ਜਿਹੜੀ ਆ ਇਹ ਅਕਲਾਂ ਪੁੱਠੀਆਂ ਕਰ ਹੀ ਦਿੰਦੀ ਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਪੁੱਤਰ ਨੇ ਆਖਿਆ ਮਹਾਰਾਜ ਇੰਨਾ ਚੜ੍ਹਤ ਚੜਾਵਾ ਹੁੰਦਾ ਤੂੰ ਮੈਨੂੰ ਦੇ ਦਿਆ ਕਰੋ ਥੋੜਾ ਬਹੁਤਾ ਖਰਚਣ ਵਰਤਣਾ ਤੇ। ਉਹ ਕਹਿਣ ਲੱਗੇ ਨਹੀਂ ਇਹ ਕਾਲ ਖਵਾ ਸੰਗਤ ਦਾ ਪੈਸਾ ਜਿਹੜਾ ਇਹ ਕਾਲ ਖਵਾ ਇਹ ਨਹੀਂ ਇਕੱਠੀ ਕਰੀਦੀ। ਕਹਿਣ ਲੱਗੇ ਨਹੀਂ ਤੁਸੀਂ ਮੈਨੂੰ ਦੇ ਦਿਓ ਕਰੋ। ਇੱਕ ਦਿਨ ਗੁਰੂ ਅਮਰਦਾਸ ਨੇ ਕੋਈ ਮੋਹਰਾਂ ਚੜੀਆਂ ਉਹ ਆਪਣੇ ਪੁੱਤ ਨੂੰ ਦੇ ਦਿੱਤੀਆਂ ਕਹਿੰਦਾ ਗਿਣ ਕੇ ਰੱਖ ਲਾ। ਉਹ ਗਿਣ ਲੱਗਾ ਧੁੱਪ ਆਪਣੇ ਗਰਮੀ ਬੜੀ ਸੀ ਮੁੜਕਾ ਆਇਆ ਸੀ ਤੇ ਉਹ ਹੱਥ ਕਾਲੇ ਹੋ ਗਏ ਤੇ ਗਿਣਦਿਆਂ ਕਦੀ ਇੱਥੇ ਹੱਥ ਲਾ ਲਏ ਮੂੰਹ ਵੀ ਕਾਲਾ ਹੋ ਗਿਆ। ਗੁਰੂ ਅਮਰਦਾਸ ਕਹਿਣ ਲੱਗੇ ਵੇਖ ਲਾ ਇਹ ਮਾਇਆ ਦੇ ਕਾਰੇ ਇਹ ਹੱਥ ਵੀ ਕਾਲੇ ਕਰਦੀ ਓ ਇਹ ਮੂੰਹ ਵੀ ਕਾਲਾ ਕਰ ਦਿੰਦੀ ਓ ਤੇ ਅੰਦਰ ਨੂੰ ਤੇ ਕਾਲਾ ਕਰਦੀ ਇਹਨਾਂ ਦਾ ਅੰਦਰ ਕਾਲਾ ਹੋ ਚੁੱਕਾ। ਜਿਹੜੇ ਬੈਠ ਕੇ ਹੁਣ ਤਰਕਾਂ ਹੀ ਕਰੀ ਜਾਂਦੇ ਸਟੇਜਾਂ ਤੇ ਇਹਨਾਂ ਦਾ ਅੰਦਰ ਕਾਲਾ ਹੋ ਚੁੱਕਾ ਹੈ। ਗੁਰੂ ਕਿਰਪਾ ਕਰ ਸੱਚੇ ਪਾਤਸ਼ਾਹ। ਫਿਰ ਉਹ ਮੈਂ ਕਹਿ ਰਿਹਾ ਸੀ ਜਮਨਾ ਪਿੱਛੇ ਵੀ ਰੌਲੀ ਪਾਉਂਦੀ ਆ ਜਮਨਾ ਅੱਗੇ ਵੀ ਰੌਲੀ ਪਾਉਂਦੀ ਆ ਪਰ ਗੁਰਦੁਆਰੇ ਲਾਗੋਂ ਦੀ ਸ਼ਾਂਤ ਹੋ ਕੇ ਲੰਘਦੀ ਹੈ। ਗੁਰੂ ਕੇ ਬਚਨਾਂ ਦੀ ਸੱਤਿਆ ਵਾ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹ ਜਿਹੜਾ
ਸਰੋਵਰ ਸੀ ਜਿਹੜਾ ਕੋਹੜੀ ਨੇ ਪੁੱਟਿਆ ਸੀ ਟੋਆ, ਉਹ ਸਰੋਵਰ ਬਣਾ ਦਿੱਤਾ, ਤੇ ਜਿਹੜਾ ਬੁਰਜ ਸੀ ਉੱਥੇ ਉਸ ਗੁਰਦੁਆਰਾ ਨਾਂ ਰੱਖ ਦਿੱਤਾ ਬੁਰਜ ਸਾਹਿਬ। ਇਹ ਧਾਰੀਵਾਲ ਦੇ ਬਾਹਰ ਆ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਤੇ ਇੱਥੋਂ ਤੱਕ ਪ੍ਰਚਾਰ ਕੀਤਾ, ਤੇ ਇੱਕ ਫਿਰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਈ ਹੇਮੇ ਦੇ ਕੋਲੋਂ ਰਾਤ ਕੱਟ ਕੇ ਫਿਰ ਸਰਹਾਲੀ ਲਾਗੇ ਜਾਂਦੇ ਨੇ, ਚੋਲੇ ਜਾਂਦੇ ਨੇ, ਉਹ ਤੋਂ ਗਾਂ ਧੰਨ ਗੁਰੂ ਅਰਜਨ ਦੇਵ ਦਰਿਆ ਦੇ ਪਾਰ ਜਾ ਕੇ ਫਿਰ ਡੱਲੇ ਪਿੰਡ 'ਚ ਬਹਿ ਜਾਂਦੇ ਨੇ। ਉੱਥੇ ਫਿਰ ਜਲੰਧਰ ਦਾ ਸੂਬੇਦਾਰ ਆਉਂਦਾ ਤੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਪਤਾ ਲੱਗਾ ਵੀ ਤੁਸੀਂ ਮੁਸਲਮਾਨਾਂ ਨੂੰ ਸਿੱਖ ਬਣਾਈ ਜਾਂਦੇ ਹੋ, ਹਿੰਦੂਆਂ ਨੂੰ ਸਿੱਖ ਬਣਾਈ ਜਾਂਦੇ ਹੋ। ਤੇ ਉੱਥੇ ਫਿਰ ਮਹਾਰਾਜ ਕਹਿੰਦਾ ਵੀ ਵੇਖੋ ਭਾਈ, ਉੱਥੇ ਫਿਰ ਮਹਾਰਾਜ ਸ਼ਬਦ ਉਚਾਰਨ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ। ਕਹਿਣ ਲੱਗੇ ਅਸੀਂ ਨਹੀਂ ਕਿਸੇ ਨੂੰ ਕੁਛ ਕਹਿੰਦੇ, ਜਿਹਦੀ ਇੱਛਾ ਉਹ ਆ ਜਾਂਦਾ ਸਾਡੀ ਸ਼ਰਨ ਵਿੱਚ, ਅਸੀਂ ਉਸ ਨੂੰ ਆਪਣਾ ਸਿੱਖ ਬਣਾ ਲੈਂਦੇ ਹਾਂ। ਉੱਥੇ ਫਿਰ ਉਹਨਾਂ ਆਖਿਆ, ਮਹਾਰਾਜ ਸੱਚੇ ਪਾਤਸ਼ਾਹ, ਫਿਰ ਸਾਡੇ ਸ਼ਹਿਰ ਦੇ ਲਾਗੇ ਵੀ ਕੋਈ ਆਪਣਾ ਨਗਰ ਵਸਾਓ, ਸਾਡੇ ਵੀ ਚਰਨ ਪਾਓ। ਜਲੰਧਰ ਦੇ ਸੂਬੇਦਾਰ ਨੇ ਆਖਿਆ, ਅਜ਼ੀਮ ਖਾਨ ਸਾਹਿਬ ਦਾ ਨਾਂ ਸੀ। ਉਹਦੇ ਕਹਿਣ ਤੇ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਸ਼ਹਿਰ ਵਸਾਉਂਦੇ ਨੇ ਜਲੰਧਰੋਂ ਬਾਹਰ-ਬਾਹਰ, ਤੇ ਉਹਦਾ ਨਾਂ ਰੱਖ ਦਿੱਤਾ ਜਾਂਦਾ ਕਰਤਾਰਪੁਰ। ਇੱਥੋਂ ਤੱਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਾਂਦੇ ਨੇ, ਤੇ ਜਾਂ ਫਿਰ ਇੱਕ ਵਾਰੀ ਲਾਹੌਰ ਜਾਂਦੇ ਨੇ ਜਦੋਂ ਪਲੇਗ ਪੈ ਜਾਂਦੀ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੀ ਸੇਵਾ ਕਰਨ ਵਾਸਤੇ ਲਾਹੌਰ ਜਾਂਦੇ ਨੇ, ਤੇ ਉੱਥੇ ਇੱਕ ਬੌਲੀ ਬਣਾਉਂਦੇ ਨੇ। ਪਰ ਮੁੜ ਕੇ ਉਹ ਦੋਖੀਆਂ ਨੇ ਬੌਲੀ ਨੂੰ ਪੂਰ ਦਿੱਤਾ। ਫਿਰ ਮਹਾਰਾਜ ਰਣਜੀਤ ਸਿੰਘ ਨੇ ਉਹ ਬੌਲੀ ਫਿਰ ਆਬਾਦ ਕੀਤੀ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ ਭਾਈ। ਇਹ ਇੱਕ ਐਸਾ ਸਮਾਂ ਸਿਰਜ ਦਿੱਤਾ ਗਿਆ ਧੰਨ ਗੁਰੂ ਅਰਜਨ, ਜਨਕ ਰਾਜ ਵਰਤਾਇਆ ਸਤਜੁਗ ਅਲੀਣਾ। ਧੰਨ ਗੁਰੂ ਅਰਜਨ ਦੇਵ ਦੇ ਸਮੇਂ ਧਰਤੀ ਤੇ ਜਨਕ ਰਾਜ ਹੋ ਗਿਆ, ਹਲੀਮੀ ਰਾਜ ਹੋ ਗਿਆ, ਤੇ ਜਿਹੜਾ ਜ਼ਾਲਮ ਰਾਜ ਸੀ ਉਹਨਾਂ ਨੂੰ ਪਸੰਦ ਨਾ ਆਇਆ। ਉਹਨਾਂ ਫਿਰ ਜਹਾਂਗੀਰ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਮੈਂ ਵੇਖ ਰਿਹਾ ਪਿਛਲੀਆਂ 3-4 ਪੀੜ੍ਹੀਆਂ ਤੋਂ ਇੱਕ ਝੂਠ ਦੀ ਦੁਕਾਨ ਚੱਲੀ ਆ ਰਹੀ ਆ, ਤੇ ਇੱਕ ਅਰਜਨ ਨਾਂ ਦਾ ਹਿੰਦੂ ਗੋਂਦਵਾਲ ਸਾਹਿਬ ਦੀ ਧਰਤੀ ਉੱਤੇ ਇਹ ਝੂਠ ਦੀ ਦੁਕਾਨ ਚਲਾ ਰਿਹਾ। ਤੇ ਮੇਰੇ ਮਨ ਵਿੱਚ ਬੜੇ ਲੰਮੇ ਸਮੇਂ ਤੋਂ ਵਿਚਾਰ ਆ ਰਹੀ ਸੀ ਇਹ ਦੁਕਾਨ ਨੂੰ ਬੰਦ ਕੀਤਾ ਜਾਵੇ, ਤੇ ਮੈਂ ਇਸ ਦੀ ਦੁਕਾਨ ਬੰਦ ਕਰਨ ਵਾਸਤੇ ਮੁਰਤਜ਼ਾ ਖਾਨ ਨੂੰ ਆਰਡਰ ਹੁਕਮ ਦਿੰਦਾ, ਇਹਦਾ ਘਰ ਘਾੜ ਬਰਬਾਦ ਕਰਕੇ ਤੇ ਇਹਨੂੰ ਜਾਸਾ ਦੇ ਅਧੀਨ ਖਤਮ ਕੀਤਾ ਜਾਵੇ। ਉਹ ਫਿਰ ਮੁਰਤਜ਼ਾ ਖਾਨ ਨੇ ਫਿਰ ਸੰਮਣ ਜਾਰੀ ਕਰ ਦਿੱਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕਿ ਉਹਨੂੰ ਫੜ ਕੇ ਲਿਆਓ ਉਹਨਾਂ ਨੂੰ, ਤੇ ਉਹਨਾਂ ਨੂੰ ਖਤਮ ਕਰੀਏ। ਫਿਰ ਇੱਥੇ ਆਰਡਰ ਆ ਜਾਂਦੇ ਨੇ, ਸੰਮਣ ਆ ਜਾਂਦੇ ਨੇ। ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਪੁੱਤਰ ਨੂੰ ਗੁਰਿਆਈ ਦੀ ਰਸਮ ਕਰਕੇ ਫਿਰ ਕਹਿੰਦੇ ਆ, ਹੁਣ ਅਸੀਂ ਲਾਹੌਰ ਚੱਲੇ ਆ, ਵਾਪਸ ਨਹੀਂ ਆਉਣਾ, ਉੱਥੇ ਅਸੀਂ ਸ਼ਹੀਦੀ ਪ੍ਰਾਪਤ ਕਰਨੀ ਆ। ਤੇ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 5 ਸਿੱਖਾਂ ਦੇ ਨਾਲ, ਭਾਈ ਲੰਗਾ ਵੀ ਅੱਜ ਪੱਟੀ ਦਾ ਚੌਧਰੀ ਜਿਹੜਾ ਉਹ ਵੀ ਜਾਂਦਾ, ਹੋਰ ਵੀ ਸਿੱਖ ਜਾਂਦੇ ਨੇ। ਫਿਰ ਉੱਥੇ ਜਾ ਕੇ ਮੁਰਤਜ਼ਾ ਖਾਂ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ। ਉਹ ਫਿਰ ਉਹ ਗਾਂ ਉਹਨਾਂ ਨੂੰ ਜਾਸਾ ਦਾ ਅਧੀਨ, ਜਾਸਾ ਦਾ ਕਾਨੂੰਨ ਮਤਲਬ ਦਾ ਵੀ ਇਹਨੂੰ ਇਹ ਤਰੀਕੇ ਨਾਲ ਖਤਮ ਕਰੋ ਕਿ ਇਹਦਾ ਖੂਨ ਧਰਤੀ ਤੇ ਨਾ ਡੁੱਲੇ। ਉਹ ਫਿਰ ਗਾਂ ਚੰਦੂ ਨੂੰ ਕਹਿੰਦਾ ਵੀ ਤੇਰੀ ਹਵੇਲੀ 'ਚ ਖੁੱਲ੍ਹਾ ਥਾਂ, ਉੱਥੇ ਖੜ ਕੇ ਇਹਨਾਂ ਨੂੰ ਤੱਤੀ ਤਵੀ ਤੇ ਖਤਮ ਕੀਤਾ ਜਾਵੇ, ਇਹਨਾਂ ਦੇ ਸਿਰ ਉੱਤੇ ਰੇਤਾ ਪਾਈ ਜਾਵੇ, ਇਹਨਾਂ ਨੂੰ ਦੇਗ 'ਚ ਉਬਾਲਿਆ ਜਾਵੇ। ਇਹ ਸਭ ਕੁਛ ਕਾਰਾ ਫਿਰ ਚੰਦੂ ਕਰਦਾ। ਉਹਦੀ ਹਵੇਲੀ ਸੀ ਉੱਥੇ ਲਾਹੌਰ। ਇਹ ਜੀ ਉਹ ਦਿੱਲੀ ਰਹਿਣ ਵਾਲਾ ਸੀ, ਦਿੱਲੀ ਦੀਆਂ ਸੰਗਤਾਂ ਨੇ ਆਖਤਾ ਇਹਦਾ ਰਿਸ਼ਤਾ ਨਹੀਂ ਲੈਣਾ। ਉਹ ਦਿੱਲੀ ਤੇ ਰਹਿੰਦਾ ਹੀ ਨਹੀਂ ਸੀ, ਉਹ ਤੇ ਚੰਦੂ ਰਹਿਣ ਵਾਲਾ ਲਾਹੌਰ ਦਾ ਸੀ। ਇਹ ਪਿਛੋਕੜੋ ਦਾ ਕਲਾ ਨੌਰਨਾ ਵਾ ਤੇ ਰਹਿੰਦਾ, ਉਹਦੀ ਹਵੇਲੀ ਸੀ ਉੱਥੇ ਲਾਹੌਰ। ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਸਹਿ ਤੇ ਕਹਿ ਕਸ਼ਟ ਸਾਰਦਿਆਂ ਹੋਇਆਂ ਤੇਰਾ ਕੀਆ ਮੀਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੇ, ਉਲਾਹ ਨੂੰ ਮੈਂ ਕਾਹੂ ਨਾ ਕੀਓ। ਮੈਂ ਉਦੋਂ ਨੂੰ ਕਿਹਾ ਸੀ ਜੇ ਭਗਤ ਪ੍ਰਹਲਾਦ ਨੂੰ ਰੱਬ ਬਚਾ ਸਕਦਾ ਵਾ, ਗੁਰੂ ਅਰਜਨ ਦੇਵ ਨੂੰ ਕਿਉਂ ਨਹੀਂ ਬਚਾਇਆ, ਕਿਉਂ ਨਹੀਂ ਕਰਾਮਾਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵਿਖਾਈ। ਪਰ ਨਹੀਂ, ਇਹ ਵੱਡੀ ਕਰਾਮਾਤ ਆ ਕਿ ਇੱਕ ਪਾਸੇ ਜ਼ਬਰ ਵਾ, ਇੱਕ ਪਾਸੇ ਸਬਰ ਵਾ। ਇੱਥੇ ਹੁਣ ਕਰਾਮਾਤ ਹੁੰਦੀ ਤੇ ਫਿਰ ਸਬਰ ਨਾਲ ਨਹੀਂ ਸੀ ਜਿੱਤਿਆ ਜਾ ਸਕਦਾ। ਕਹਿਣ ਲੱਗੇ ਅਸੀਂ ਸਬਰ ਨਾਲ ਜਿੱਤਣਾ ਜ਼ਬਰ ਨੂੰ, ਕਰਾਮਾਤ ਨਾਲ ਨਹੀਂ। ਇਹ ਜਿੰਨਾ ਮਰਜ਼ੀ ਜ਼ੁਲਮ ਕਰ ਲੇ, ਇਹ ਜ਼ਾਬਰ ਜਿੰਨਾ ਮਰਜ਼ੀ ਜ਼ੋਰ ਲਾ ਲੇ, ਤੇ ਅਸੀਂ ਸਬਰ ਤੋਂ ਹੀ ਕੰਮ ਲੈਣਾ।
ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨੇ ਕਸ਼ਟ ਸਹਾਰਦਿਆਂ ਹੋਇਆਂ ਕਿਸੇ ਨੂੰ ਲਾਮਾ ਨਹੀਂ ਦਿੱਤਾ। ਔਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤਮਾਰੋ ਕੀਓ। ਉਹ ਫਿਰ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਜੇਠ ਸੁਦੀ ਚੌਥ ਨੂੰ, ਯਾਨੀ ਕਿ ਜੇਠ ਮਹੀਨੇ ਦੀ ਜਿਹੜੀ ਮੱਸਿਆ ਉਹਦੀ ਚੌਥੇ ਦਿਨ ਨੂੰ, ਫਿਰ ਅਖੀਰ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਰਿਆ ਵਿੱਚ ਰੋੜ ਦਿੱਤਾ ਗਿਆ। ਕੋਈ ਕਹਿੰਦੇ ਵੀ ਮਹਾਰਾਜ ਇਸ਼ਨਾਨ ਕਰਨ ਗਏ, ਮੁੜ ਕੇ ਵਾਪਸ ਨਹੀਂ ਆਏ। ਕੋਈ ਕਹਿੰਦੇ ਵੀ ਧੰਨ ਗੁਰੂ ਅਰਜਨ ਦੇਵ ਨੂੰ ਇੱਕ ਸਾਜ਼ਿਸ਼ ਅਧੀਨ ਰੋੜ ਦਿੱਤਾ ਗਿਆ ਉਹਨਾਂ ਦਾ ਸਰੀਰ। ਕਿਸ ਤਰ੍ਹਾਂ ਵੀ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ, ਕਿਰਪਾ ਕਰਨ ਭਾਈ। ਅੱਜ ਉਹਨਾਂ ਦੀ ਸਿੱਖਿਆ ਨੂੰ ਮੰਨੀਏ। ਉਹਨਾਂ ਨੇ ਰੱਬੀ ਬਾਣੀ ਸਾਨੂੰ ਦਿੱਤੀ ਹੋਈ ਆ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈਂ ਮਿਟਾਓ। ਆ ਲੰਗਰਾਂ ਦਾ ਖਿਆਲ ਘੱਟ ਕਰੋ ਭਾਈ। ਗੁਰਦੁਆਰਿਆਂ 'ਚ ਲੰਗਰਾਂ ਦਾ ਬੋਲ ਬਾਲਾ ਹੀ ਹੋ ਗਿਆ। ਨਹੀਂ ਭਾਈ, ਆਪਣੇ ਧਰਮ ਨੂੰ ਬਚਾਓ। ਇਹ ਪੈਸਾ ਲੰਗਰਾਂ ਤੇ ਨਾ ਲਾਓ। ਇਹ ਗਰੀਬ ਸਿੱਖ ਪਿੰਡਾਂ 'ਚ ਕੋਈ ਨਹੀਂ ਜੇ ਰਿਹਾ, ਖਤਮ ਹੋ ਗਈ ਕਹਾਣੀ। ਸਿੱਖਾਂ ਦੇ ਘਰਾਂ 'ਚ ਸਿੱਖੀ ਨਹੀਂ ਰਹੀ। ਗਰੀਬ ਸਿੱਖ ਉਹ ਦੂਜੇ ਧਰਮਾਂ ਨੂੰ ਹੀ, ਧਰਮਾਂ ਵਾਲੇ ਪਾਸੇ ਚੁੱਲ ਗਏ। ਕੋਈ ਬਿਆਸਾ ਤੁਰ ਗਿਆ, ਕੋਈ ਕਿਤੇ ਚੁੱਲ ਗਿਆ, ਕੋਈ ਸਾਈ ਬਣ ਗਿਆ। ਤੇ ਤੁਸੀਂ ਬੈਠੇ ਲਾਈ ਜੋ ਲੰਗਰਾਂ, ਖਰੀਦੀ ਜੋ ਮਸ਼ੀਨਾਂ ਵੱਡੀਆਂ ਵੱਡੀਆਂ। ਇਹ ਕਿਸੇ ਅਰਥ ਨਹੀਂ ਆ ਭਾਈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ, ਇੱਕ ਨਾਮ ਬੋਵੋ। ਕਲ ਕੀਰਤਨ ਨਾਮ ਆਧਾਰ, ਨਾਮ ਦੀ ਗੱਲ ਕਰੋ, ਬਾਣੀ ਦਾ ਪ੍ਰਚਾਰ ਕਰੋ। ਇਹ ਲੰਗਰਾਂ ਦਾ ਕੋਈ ਸਾਡੇ ਧਰਮ 'ਚ ਐਡੀ ਕੋਈ ਖਿਆਲ ਨਹੀਂ ਸੀ ਹੈਗਾ। ਪਰ ਹਰ ਬੰਦਾ ਆਪਣਾ ਨਾਮ ਚਮਕਾਉਣਾ ਚਾਹੁੰਦਾ। ਉਹ 2013 'ਚ ਜਦੋਂ ਉੱਥੇ ਉੱਤਰਾਖੰਡ ਵਿੱਚ ਪਾਣੀ ਆ ਗਿਆ ਸੀ ਹੇਮਕੁੰਟ ਵਾਲੇ ਪਾਸੇ, ਤੇ ਬੜੀ ਬਰਬਾਦੀ ਹੋਈ। ਤੇ ਦਿੱਲੀੋਂ ਪਰੌਂਠੇ ਬਣ ਕੇ ਗਏ ਜਹਾਜ਼ਾਂ ਦੇ ਵਿੱਚ ਬੰਗਲਾ ਸਾਹਿਬ ਤੋਂ। ਤੇ ਜਿਹੜੀਆਂ ਉੱਥੇ ਵਿਧਵਾ ਬੈਠੀਆਂ 35 ਸਾਲ ਹੋ ਗਏ, ਰੋ ਰੋ ਕੇ ਅੰਨੀਆਂ ਹੋ ਗਈਆਂ, ਕਿਸੇ ਨੇ ਸਾਰ ਨਹੀਂ ਲਈ ਉਹਨਾਂ ਦੀ। ਤੇ ਉੱਥੇ ਪਰੌਂਠੇ ਕਿਉਂ ਜਾਂਦੇ ਰਹੇ? ਉੱਥੇ ਪ੍ਰਧਾਨ ਨੇ ਆਪਣਾ ਨਾਮ ਚਮਕਾਉਣਾ ਸੀ। ਉਹਨੇ ਆਪਣੀਆਂ ਫੋਟੋਆਂ ਅਖਬਾਰਾਂ 'ਚ ਛਪਾਉਣੀਆਂ ਸੀ। ਇਹ ਸੇਵਾ ਨਹੀਂ ਹੈ, ਇਹ ਆਪਣਾ ਨਾਮ ਚਮਕਾਉਂਦੇ ਨੇ। ਤੇ ਸੰਗਤਾਂ ਸਾਵਧਾਨ ਹੋ ਭਾਈ, ਇਹਨਾਂ ਲੋਕਾਂ ਤੋਂ ਬਚੋ। ਆਪਣੀ ਕੌਮ ਦੇ ਬੱਚਿਆਂ ਨੂੰ ਸਾਂਭੋ, ਆਪਣੇ ਧਰਮ ਨੂੰ ਸਾਂਭੋ। ਐਡੇ ਕੋ ਲੰਗਰ ਦੇ ਪਿੱਛੇ ਨਾ ਲੱਗੋ। ਸਾਰੀ ਕੌਮ ਲੰਗਰ ਵਾਲੇ ਪਾਸੇ ਰੁੜ ਗਈ। ਤੇ ਲੰਗਰ ਚੱਲੇ ਗੁਰ ਸ਼ਬਦ, ਤੇ ਸ਼ਬਦ ਦਾ ਲੰਗਰ ਕੌਣ ਲਾਊ ਭਾਈ? ਕਥਾ ਕੀਰਤਨ ਕਰੋ ਪਿੰਡਾਂ 'ਚ, ਗੁਰੂ ਕੀ ਬਾਣੀ ਨੂੰ ਲੋਕਾਂ ਨੂੰ ਜੋੜੋ। ਇਹ ਫਜ਼ੂਲ ਦੀਆਂ ਗੱਲਾਂ ਹੁਣ ਨਹੀਂ। ਉਹ ਮਾਰਨ ਨੇ ਕਿਹਾ ਨਾ ਵੀ ਕਾਲ ਨਾਹੀ ਜੋਗ ਨਾਹੀ ਸਤ ਕਾ ਟਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਸਮਾਜ ਭ੍ਰਿਸ਼ਟ ਹੋ ਗਿਆ, ਹੁਣ ਕਿਹਨੂੰ ਲੰਗਰ ਛਕਾਉਂਦੇ ਫਿਰਦੇ ਹੋ? ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਇਹ ਧਰਤੀ ਭ੍ਰਿਸ਼ਟ ਹੋ ਗਈ, ਕਿਹਨੂੰ ਲੰਗਰ ਛਕਾਉਂਦੇ ਹੁਣ ਤੁਸੀਂ? ਥਾ ਨਸ਼ਟ ਜਗ ਮੈਨੇ ਲੰਗਰ ਲਾਉਣਾ। ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਵੀ ਜਗ। ਤੇ ਮਹਾਰਾਜ ਕਿਰਪਾ ਕਰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਅਸੀਂ ਉਹਨਾਂ ਦੇ ਸਿਧਾਂਤਾਂ ਨੂੰ ਮੰਨਦੀਏ ਤੇ ਤਾਂ ਹੀ ਭਾਈ ਅਸੀਂ ਉਹਨਾਂ ਦੀਆਂ ਖੁਸ਼ੀਆਂ ਲੈ ਸਕਦੇ ਹਾਂ। ਦਾਸ ਇਹਨਾਂ ਕਹਿੰਦਾ ਖਿਮਨ ਦਾ ਜਾਚਕ ਹੈ। ਅਗਲੇ ਸਮੇਂ 'ਚ ਆਪਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਹੜੀ ਜੀਵਨ ਗਾਥਾ ਆਰੰਭ ਕੀਤੀ ਆ, ਉਹ 'ਤੇ ਵਿਚਾਰ ਕਰਾਂਗੇ। ਸ਼ਹੀਦੀ ਦਿਹਾੜਾ ਆ ਗਿਆ ਸੀ ਗੁਰੂ ਅਰਜਨ ਦੇਵ ਜੀ ਦਾ। ਮੈਂ ਚੱਲ 2-4 ਦਿਨ ਇਸ ਕੰਮ ਸੱਚੇ ਪਾਤਸ਼ਾਹ ਦੀ ਸ਼ਹੀਦੀ ਬਾਰੇ ਹੀ ਸੰਗਤ ਦੇ ਨਾਲ ਸਾਂਝ ਪਾ ਲਈਏ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ ਭਾਈ। ਦਾਸ ਇਹਨਾਂ ਕਹਿੰਦਾ ਖਿਮਨ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।